ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹਲਾ ਪਹਿਲਾ। ਰਾਗ ਧਨਾਸਰੀ ਦੇ ਅੰਦਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਜੀ। ਗਗਨ ਮੈਂ ਖਾਲ ਰਬ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਗਨਨਾਥਪੁਰੀ ਜਾਂਦੇ ਹੈ, ਇਹ ਉੜੀਸਾ ਦੇ ਅੰਦਰ ਹਿੰਦੂ ਵੀਰਾਂ ਦੇ ਜਿਹੜੇ 4 ਧਾਮ ਨੇ ਉਹਨਾਂ ਦੇ ਵਿੱਚੋਂ ਇੱਕ ਧਾਮ ਹੈ। ਬਹੁਤ ਸੰਗਤਾਂ ਦੀ ਉਹਦੇ 'ਤੇ ਬੜੀ ਆਸਥਾ ਹੈ। ਉੱਥੇ ਜਗਨਨਾਥ ਦੀ ਮੂਰਤੀ ਮੰਦਰ ਦੇ ਅੰਦਰ ਸਥਾਪਿਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਾਸੀਆਂ ਦੇ ਸਮੇਂ ਜਦੋਂ 1508 'ਚ ਇਸ ਸਥਾਨ 'ਤੇ ਪਹੁੰਚਦੇ ਆ, ਇੱਕ ਘਟਨਾ ਵਾਪਰੀ ਵੀ ਇੱਕ ਪਖੰਡੀ ਇਸੇ ਧਰਤੀ ਦੇ ਉੱਪਰ ਅੱਖਾਂ ਬੰਦ ਕਰਕੇ ਤੇ ਧਰਮ ਦੇ ਨਾਮ 'ਤੇ ਲੋਕਾਂ ਨਾਲ ਧੋਖਾ ਕਰ ਰਿਹਾ ਸੀ। ਕਹਿੰਦਾ ਇਹ ਮੈਨੂੰ ਤਰਲੋਕੀ ਦਾ ਗਿਆਨ ਹੈ। ਉਹ ਕਹਿੰਦਾ ਸੀ ਮੈਂ ਆਪਣੇ ਨੇਤਰ ਬੰਦ ਕਰਕੇ ਵੇਖ ਸਕਦਾ ਬ੍ਰਹਮਾ ਕੀ ਕਰ ਰਿਹਾ, ਸ਼ਿਵ ਕੀ ਕਰ ਰਿਹਾ, ਵਿਸ਼ਨੂੰ ਕੀ ਕਰ ਰਿਹਾ, ਵੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਵੀ ਉਹ ਕਿੱਥੇ ਕੀ ਕਰ ਰਿਹਾ ਔਰ ਰੱਬ ਕਿੱਥੇ ਬੈਠਾ ਸ੍ਰਿਸ਼ਟੀ ਨੂੰ ਚਲਾ ਰਿਹਾ, ਮੈਨੂੰ ਤਰਲੋਕੀ ਦਾ ਗਿਆਨ ਹੈ। ਗੁਰੂ ਨਾਨਕ ਸਾਹਿਬ ਤੇ ਭਾਈ ਪ੍ਰਧਾਨਾ ਜੀ ਉੱਥੇ ਪਹੁੰਚ ਜਾਂਦੇ, ਸੰਗਤਾਂ ਨੇਤਰ ਬੰਦ ਕਰਕੇ ਬੈਠੀਆਂ, ਉਹਦੇ ਅੱਗੇ ਇੱਕ ਲੋਟਾ ਪਿਆ ਹੁੰਦਾ ਹੈ, ਉਹਦੇ 'ਚ ਸੰਗਤਾਂ ਨੇ ਪੈਸੇ ਪਾਏ ਹੁੰਦੇ ਆ। ਅੱਖਾਂ ਬੰਦ ਕਰਕੇ ਬੈਠਾ ਹੈ ਤੇ ਕਹਿੰਦਾ ਸੀ ਮੈਂ ਦੱਸ ਸਕਦਾ ਕਿੱਥੇ ਕੀ ਹੋ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਪ੍ਰਧਾਨਾ ਜੀ ਨੂੰ ਕਹਿੰਦੇ ਵੀ ਜਿਹੜਾ ਇਹਦੇ ਸਾਹਮਣੇ ਪੈਸਿਆਂ ਦਾ ਲੋਟਾ ਪਿਆ ਨਾ, ਉਹ ਚੁੱਕ ਕੇ ਇਹਦੇ ਪਿੱਛੇ ਰੱਖ ਦਿਓ। ਇਸ ਤਰ੍ਹਾਂ ਬੈਠੇ ਵੀ ਪਿਛਲੇ ਪਾਸੇ ਕੋਈ ਚੀਜ਼ ਕੱਟ ਕੇ ਰੱਖਦੇ ਨਹੀਂ। ਭਾਈ ਪ੍ਰਧਾਨਾ ਜੀ ਨੇ ਦੱਬੇ ਪੈਣੀ ਉਹ ਲੋਟਾ ਚੁੱਕਿਆ ਤੇ ਇਹਦੀ ਕੱਟ ਦੇ ਪਿੱਛੇ ਰੱਖ ਦਿੱਤਾ। ਜਦੋਂ ਇਹਦੀਆਂ ਅੱਖਾਂ ਖੁੱਲੀਆਂ, ਲੋਟਾ ਪੈਸਿਆਂ ਵਾਲਾ ਉੱਥੇ ਹੈ ਨਹੀਂ ਹੈ। ਹੁਣ ਇਹ ਕਲਪ ਜਾਂਦਾ ਹੈ। ਕਹਿੰਦੇ ਜੀ ਉਹ ਲੋਟਾ ਕਿੱਥੇ ਗਿਆ ਤੇ ਭਾਈ ਪ੍ਰਧਾਨਾ ਜੀ ਬੋਲੇ, ਕਹਿੰਦੇ ਜੀ ਤੁਹਾਨੂੰ ਤੇ ਤਰਲੋਕੀ ਦਾ ਗਿਆਨ ਹੈ, ਤੁਸੀਂ ਵੇਖ ਸਕਦੇ ਹੋ ਲੋਟਾ ਕਿੱਥੇ ਹੈ। ਵੀ ਤੁਸੀਂ ਤੇ ਕਹਿੰਦੇ ਹੋਣੇ ਤਿੰਨਾਂ ਲੋਕਾਂ 'ਚ ਮੈਂ ਵੇਖ ਸਕਦਾ ਕੀ ਹੋ ਰਿਹਾ ਤੇ ਤੁਹਾਨੂੰ ਲੋਟੇ ਦਾ ਗਿਆਨ ਨਹੀਂ ਕਿ ਲੋਟਾ ਕਿੱਥੇ ਉਹਦੇ ਨਿਕਲ ਜਾਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਪਿਆ। ਇਹਨੂੰ ਪਤਾ ਲੱਗ ਗਿਆ ਵੀ ਮੇਰਾ ਪਖੰਡ ਜਿਹੜਾ ਉਹ ਉਜਾਗਰ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿਸੇ ਨਾਲ ਧੋਖਾ ਨਾ ਕਰ, ਜਿਹਨੂੰ ਪਿੱਛੇ ਪਏ ਲੋਟੇ ਦਾ ਨਹੀਂ ਪਤਾ ਉਹ ਤਰਲੋਕੀ ਦਾ ਗਿਆਨ ਤਾਂ ਕਿਵੇਂ ਹੋ ਸਕਦਾ। ਕਹਿੰਦਾ ਜੀ ਮੈਨੂੰ ਮਾਫ ਕਰੋ, ਫਿਰ ਸਿੱਖ ਬਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਮਹਾਰਾਜ ਕਹਿੰਦੇ ਮਿਹਨਤ ਕਿਰਤ ਕਰਕੇ ਖਾਓ, ਧਰਮ ਦੇ ਨਾਂ 'ਤੇ ਕਿਸੇ ਨਾਲ ਧੋਖਾ ਨਹੀਂ ਕਰਨਾ। ਉਹ ਪ੍ਰਭਾਵਿਤ ਹੋਇਆ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ। ਉਹਨੇ ਫਿਰ ਹਾਂ ਗੁਰੂ ਗਿਆਨ ਦਵੇ ਤੇ ਅੰਦਰਲੇ ਤੇਰੇ ਭਾਵ ਨੂੰ ਸੂਝਿਆ ਗੁਰ ਭੇਟ ਪੁਨੀਤਾ। ਗੁਰੂ ਗਿਆਨ ਦਵੇ ਤੇ ਤਰਲੋਕੀ ਦੀ ਸੋਝੀ ਹੋ ਜਾਂਦੀ। ਮਹਾਰਾਜ ਜਦੋਂ ਉੜੀਸਾ 'ਚ ਇੱਥੇ ਜਗਨਨਾਥਪੁਰੀ ਜਾਂਦੇ ਹੈ, ਸਤਿਗੁਰਾਂ ਨੇ ਮੰਦਰ ਤੇ ਬਾਹਰ ਡੇਰਾ ਲਾਇਆ ਤੇ ਸਾਰੇ ਸਰੀਰ ਮਹਾਰਾਜ ਕੋਲ ਆਣ ਕੇ ਰੱਬ ਬਾਰੇ ਪੁੱਛਦੇ। ਮਹਾਰਾਜ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਜਵਾਬ ਦਿੰਦੇ ਜੋ ਸਵਾਲ ਕਰਦੇ ਹੈ। ਸ਼ਾਮ ਨੂੰ ਜਦੋਂ ਹੁਣ ਆਰਤੀ ਕਰਨ ਦਾ ਟਾਈਮ ਹੋਇਆ ਤੇ ਪੁਜਾਰੀ ਥਾਲੇ ਲੈ ਕੇ ਪਹੁੰਚ ਜਾਂਦੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਇਨਵਾਈਟ ਕੀਤਾ, ਕਹਿੰਦੇ ਜੀ ਤੁਸੀਂ ਵੀ ਆਓ, ਤੁਸੀਂ ਵੀ ਆਰਤੀ ਉਤਾਰੋ, ਤੁਸੀਂ ਆਰਤੀ 'ਚ ਸ਼ਾਮਲ ਹੋਵੋ। ਮਹਾਰਾਜ ਕਹਿੰਦੇ ਚਲੋ ਭਾਈ ਆਰਤੀ 'ਚ ਸ਼ਾਮਲ ਹੁੰਦੇ ਆ। ਮਹਾਰਾਜ ਉਹ ਮੰਦਰ 'ਚ ਜਾ ਕੇ ਫਿਰ ਬਾਹਰ ਆ ਕੇ ਖੜ੍ਹ ਜਾਂਦੇ ਹੈ ਤੇ ਉਹਨਾਂ ਨੇ ਆਰਤੀ ਉਤਾਰੀ। ਥਾਲੇ ਲਏ ਨੇ ਚਾਂਦੀ ਦੇ, ਉਹਨਾਂ ਦੇ ਵਿੱਚ 4 ਮੁਖੀਆ 4 ਵੱਟੀਆਂ ਵਾਲਾ ਦੀਵਾ ਜਗਦਾ ਸੀ, ਵਿੱਚ ਮੋਤੀ ਰੱਖੇ ਹੋਏ ਨੇ, ਉਹ ਸਗੰਧੀ ਰੱਖੀ ਹੋਈ ਇੱਕ ਥਾਲ ਦੇ ਅੰਦਰ, ਉਹ ਟਿੱਕੀ ਹੁੰਦੀ ਸੀ ਕਪੂਰ ਦੀ, ਉਹ ਰੱਖ ਦਿੰਦੇ ਹਨ ਤੇ ਉਹਦੇ 'ਚੋਂ ਸਗੰਧੀ ਆਉਂਦੀ ਸੀ ਤੇ ਉਹ ਫਿਰ ਗੇੜੇ ਵੀ ਦਿੰਦੇ ਹਨ, ਘੁਮਾਉਂਦੇ ਵੀ ਸਨ ਮੂਰਤੀ ਦੇ ਅੱਗੇ ਉਹ ਥਾਲੇ ਨੂੰ। ਮਹਾਰਾਜ ਬਾਅਦ ਜਦੋਂ ਆਰਤੀ ਦੀ ਅੰਦਰੋਂ ਸਮਾਪਤੀ ਹੋਈ ਤੇ ਸਾਰਿਆਂ ਨੇ ਕਿਹਾ ਕਹਿੰਦੇ ਮਹਾਰਾਜ ਤੁਸੀਂ ਤੇ ਆਰਤੀ 'ਚ ਸ਼ਾਮਲ ਨਹੀਂ ਹੋਏ। ਮਹਾਰਾਜ ਕਹਿੰਦੇ ਅਸੀਂ ਤੇ ਸ਼ਾਮਲ ਸੀ। ਸਾਰੇ ਕਹਿੰਦੇ ਜੀ ਤੁਸੀਂ ਤੇ ਬਾਹਰ। ਤੇ ਮਹਾਰਾਜ ਨੇ ਫਿਰ ਆਹ ਸ਼ਬਦ ਉਚਾਰਨ ਕੀਤਾ। ਉਹਨਾਂ ਨੇ ਜਿਹੜਾ ਉਪਦੇਸ਼ ਦਿੱਤਾ, ਕਹਿੰਦੇ ਰੱਬ ਪੂਰਤੀ ਨਹੀਂ ਹੈ,
ਔਰ ਨਿੱਕੇ ਜਿਹੇ ਥਾਲੇ ਨਾਲ ਉਹਦੀ ਆਰਤੀ ਵੀ ਨਹੀਂ ਉਤਾਰੀ ਜਾ ਸਕਦੀ। ਫਿਰ ਮਹਾਰਾਜ ਨੇ ਆਹ ਬਚਨ ਉਚਾਰਨ ਕੀਤਾ, ਕਹਿੰਦੇ ਜੀ ਆਰਤੀ ਤੇ ਹੋ ਰਹੀ ਹੈ ਰੱਬ ਦੀ ਆਟੋਮੈਟਿਕਲੀ। ਫਿਰ ਮਹਾਰਾਜ ਨੇ ਕਿਹਾ ਗਗਨ ਮਹਿ ਥਾਲ, ਕਹਿੰਦੇ ਆਹ ਸਾਰਾ ਆਕਾਸ਼ ਜਿਹੜਾ ਨੇ ਥਾਲ ਹੈ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ। ਮਹਾਰਾਜ ਨੇ ਕਿਹਾ ਰੱਬ ਸੂਰਜ ਚੰਦ ਚੰਦਰਮਾ ਇਹ ਦੋ ਦੀਵੇ ਨੇ ਉਸ ਥਾਲ ਦੇ ਅੰਦਰ, ਜਿਹੜਾ ਆਕਾਸ਼ ਰੂਪੀ ਥਾਲ ਹੈ। ਤਾਰਿਕਾ ਮੰਡਲ ਜੜਕ ਮੋਤੀ, ਆ ਜਿਹੜਾ ਤਾਰਿਆਂ ਦਾ ਮੰਡਲ ਨਾ ਸਮੂਹ, ਇਹ ਥਾਲੇ 'ਚ ਧਰੇ ਹੋਏ ਮੋਤੀ ਹੈ। ਕਿੱਡੀ ਸੋਹਣੀ ਆਰਤੀ, ਕਿੱਡੀ ਵੱਡੀ ਆਰਤੀ ਹੋ ਰਹੀ ਹੈ। ਗਗਨ ਥਾਲ ਹੈ, ਉਹਨਾਂ ਨੇ ਵੀ ਥਾਲ ਫੜਿਆ ਸੀ ਹੱਥ 'ਚ, ਕਹਿੰਦੇ ਨਿੱਕੇ ਜਿਹੇ ਥਾਲ ਨਾਲ ਰੱਬ ਦੀ ਆਰਤੀ ਕਿਵੇਂ ਉਤਾਰੀ ਜਾ ਸਕਦੀ। ਗਗਨ ਥਾਲ ਹੈ, ਸੂਰਜ ਤੇ ਚੰਦਰਮਾ ਵਿੱਚ ਦੀਵੇ ਜਗਦੇ ਹੈ। ਆ ਜਿਹੜਾ ਤਾਰਿਆਂ ਦਾ ਮੰਡਲ, ਇਹ ਥਾਲੇ 'ਚ ਮੋਤੀ ਪਏ ਹੋਏ ਹਨ। ਧੂਪ ਮਾਲਿਆਨ ਲੋ ਪਵਨ ਚਵਰੂ ਕਰੇ। ਮਹਾਰਾਜ ਕਹਿੰਦੇ ਉਹਨਾਂ ਨੇ ਫਿਰ ਧੂਪਾਂ ਵੀ ਧਗਾਈਆਂ ਹਨ ਨਾ ਥਾਲੇ 'ਚ। ਮਹਾਰਾਜ ਕਹਿੰਦੇ ਧੂਪ ਮਲਿਆਨ ਲੋ, ਮਲਿਆਨ ਲੋ ਕਹਿੰਦੇ ਨੇ ਇੱਕ ਪਹਾੜ ਦਾ ਨਾਮ ਹੈ ਜੀ। ਕਹਿੰਦੇ ਉਸ ਪਹਾੜ ਦੇ ਉੱਪਰ ਨਾ ਬੜੀਆਂ ਸੁਗੰਧੀਆਂ ਵਾਲੇ ਦਰਖਤ ਨੇ, ਤੇ ਜਦੋਂ ਕਿਤੇ ਹਵਾ ਵਗਦੀ ਹੈ ਨਾ, ਉਹ ਸੁਗੰਧੀ ਸਾਰੇ ਪਾਸੇ ਫੈਲ ਜਾਂਦੀ ਹੈ। ਤੁਹਾਡੇ ਘਰੇ ਬਗੀਚਾ ਲੱਗਾ ਹੋਵੇ ਤੇ ਖਾਸ ਰੁੱਤ ਦੇ ਵਿੱਚ ਨਾ ਉਹਦੀ ਸੁਗੰਧੀ ਤੁਹਾਡੇ ਘਰੇ ਜ਼ਰੂਰ ਫੈਲੇਗੀ। ਤਾਜ਼ੇ ਫੁੱਲ ਖਿੜਦੇ ਹੈ, ਫੁੱਲ 'ਚੋਂ ਸੁਗੰਧੀ ਨਿਕਲਦੀ ਹੈ, ਤੁਹਾਡੇ ਘਰੇ ਆਉਣ ਵਾਲਾ ਉਸ ਸੁਗੰਧੀ ਨੂੰ ਮਾਣਦਾ ਹੈ। ਜਾਂ ਤੁਸੀਂ ਪਰਫਿਊਮ ਛਿੜਕਦੇ ਹੋ, ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਮਹਾਰਾਜ ਕਹਿੰਦੇ ਧੂਪ ਮਲਿਆਣ ਨੂੰ ਪਵਨ ਚਪਰੂ ਕਦੇ। ਆ ਜਿਹੜੀ ਧੂਪ ਹੈ ਨਾ, ਇਹ ਉਹ ਪਹਾੜਾਂ ਤੋਂ ਆ ਰਹੀ ਹਵਾ, ਸੁਗੰਧੀ ਵਾਲੀ ਹਵਾ ਹੀ, ਇਹ ਧੂਪਾਂ ਧੁੱਪੀਆਂ ਹੋਈਆਂ। ਤੇ ਪਵਨ ਚਪਰੂ ਕਦੇ, ਜਿਹੜੀ ਹਵਾ ਉਹ ਚੌਰ ਕਰ ਰਹੀ ਹੈ, ਆਰਤੀ ਉਤਾਰੀ ਜਾ ਰਹੀ ਹੈ ਨਾ। ਸੁਗੰਧੀ ਐਟੋਮੈਟਿਕ ਜਿੰਨੇ ਵੀ ਹੁਣ ਫੁੱਲ ਬਗੀਚੇ ਜਿੰਨੇ ਖਿੜੇ ਨੇ, ਉਹ ਸੁਗੰਧੀ ਤੇ ਹੈ, ਉਹ ਰੱਬ ਦੀ ਮੁਕਲਚੀ ਦੇ ਪਏ ਹੋਏ ਨੇ। ਫੁੱਲ ਚੜਾਏ ਜਾਂਦੇ ਨਾ ਮੂਰਤੀ ਨੂੰ। ਮਹਾਰਾਜ ਕਹਿੰਦੇ ਸਾਰੇ ਫੁੱਲ ਉਹਦੇ ਚਰਨਾਂ 'ਚ ਤੇ ਖਿੜੇ ਹੋਏ ਨੇ ਰੱਬ ਦੇ। ਜਿੰਨੇ ਵੀ ਬਗੀਚੇ, ਜਿੰਨੇ ਬਾਗ ਨੇ, ਜਿੰਨੇ ਸੁਗੰਧੀ ਵਾਲੇ, ਜਿੰਨੇ ਫਲਦਾਰ ਬੂਟੇ ਹੈ ਜਾਂ ਫੁੱਲ ਖਿੜੇ ਹੋਏ, ਮਹਾਰਾਜ ਕਹਿੰਦੇ ਰੱਬ ਦੇ ਚਰਨਾਂ 'ਚ ਹੀ ਤੇ ਹਨ। ਹਾਂ ਵੈਸੇ ਫੁੱਲ ਤੋੜ ਕੇ ਚੜਾਉਣ ਵਾਲਿਆਂ ਨੂੰ ਮਹਾਰਾਜ ਨੇ ਕਿਹਾ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਦਰ ਜੀਓ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਦਾ ਹੈ ਦਿਓ। ਕਹਿੰਦੇ ਰੱਬ ਜਾਗਦਾ ਦੇਵਤਾ ਹੈ। ਮਹਾਰਾਜ ਕਹਿੰਦੇ ਉਹਦੀ ਆਰਤੀ ਤੇ ਹਵਾ ਚੌਰ ਕਰ ਰਹੀ, ਆਰਤੀ ਤੇ ਹੋ ਰਹੀ ਹੈ। ਸਗਲ ਬਨ ਰਾਏ ਫੁਲੰਤ ਜੋਤੀ। ਆ ਸਗਲ ਜਿਹੜੀ ਬਨ ਰਾਏ ਹੈ, ਫੁਲੰਤ ਜੋਤੀ, ਫੁੱਲ ਖਿੜੇ ਹੋਏ ਨੇ, ਇਹ ਉਹਦੀ ਆਰਤੀ ਹੋ ਰਹੀ ਹੈ। ਥਾਲੇ 'ਚ ਫੁੱਲ ਰੱਖੇ ਜਾਂਦੇ ਹੈ, ਦੀਵੇ ਰੱਖੇ ਜਾਂਦੇ ਹੈ, ਮੋਤੀ ਰੱਖੇ ਜਾਂਦੇ ਹੈ, ਧੂਪ ਧਕਾਈ ਜਾਂਦੀ ਹੈ। ਮਹਾਰਾਜ ਕਹਿੰਦੇ ਸਾਰੀ ਕੁਦਰਤ ਉਹਦੀ ਆਰਤੀ ਤੇ ਕਰ ਰਹੀ ਹੈ। ਕੈਸੀ ਆਰਤੀ ਹੋਏ। ਆ ਵੇਖੋ ਪੰਡਿਤ ਜੀ, ਕੈਸੀ ਆਰਤੀ ਹੋ ਰਹੀ ਪਰਮਾਤਮਾ ਦੀ। ਇਹ ਸਾਰਾ ਕੁਝ ਐਟੋਮੈਟਿਕ ਹੋ ਰਿਹਾ, ਆਰਤੀ ਤੇ ਉਹਦੀ ਸਦਾ ਹੀ ਹੋ ਰਹੀ ਹੈ। ਇੱਕ ਟਾਈਮ ਥੋੜ੍ਹੀ ਹੈ, ਇੱਕ ਟਾਈਮ ਆਰਤੀ ਕਰਕੇ ਅਸੀਂ ਉਹਨੂੰ ਖੁਸ਼ ਕਰ ਸਕਦੇ ਹਾਂ। ਉਹਦੀ ਆਰਤੀ ਸਦਾ ਹੀ ਹੋ ਰਹੀ। ਵੇਖੋ ਕੈਸੀ ਆਰਤੀ ਹੋ ਰਹੀ ਹੈ। ਭਾਵ ਖੰਡਨਾ ਤੇਰੀ ਆਰਤੀ। ਇਹ ਸਾਰੇ ਡਰ ਦੂਰ ਕਰਨ ਵਾਲੇ ਵਾਹਿਗੁਰੂ ਤੇਰੀ ਆਰਤੀ ਉਤਾਰੀ ਜਾ ਰਹੀ। ਭਾਵ ਖੰਡਨ, ਭਾਵ ਡਰ ਖੰਡਨ, ਦੁੱਖ ਦੂਰ ਕਰਨ ਵਾਲਾ, ਇਹ ਉਸ ਵਾਹਿਗੁਰੂ ਦੀ ਨਿਰਭਉ ਦੀ ਆਰਤੀ ਉਤਾਰੀ ਜਾ ਰਹੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ। ਅਨਹਤਾ ਸ਼ਬਦ ਉਹਨੂੰ ਕਹਿੰਦੇ ਆ ਜਿਹੜਾ ਸਾਜ਼ ਨਾਲ ਨਹੀਂ ਵੱਜਦਾ, ਤੇ ਵਜੰਤ ਭੇਰੀ ਨਗਾਰੇ ਨੂੰ ਕਹਿੰਦੇ ਆ। ਕਹਿੰਦੇ ਰੱਬ ਨੂੰ ਖੁਸ਼ ਕਰਨ ਵਾਸਤੇ ਕੁਝ ਸਪੈਸ਼ਲ ਸਾਜ਼ਾਂ ਦੀ ਲੋੜ ਨਹੀਂ ਹੈ। ਅਨਹਦ ਸ਼ਬਦ ਤੇ ਵੱਜ ਜੇ ਨਾਦ, ਜੋ ਵੀ ਆਵਾਜ਼ ਹੈ ਉਹ ਰੱਬ ਨੂੰ ਤੇ ਜਪ ਰਹੀ ਹੈ। ਉਹ ਪਸ਼ੂਆਂ ਦੇ ਬੋਲਣ ਦੀ ਹੈ, ਪੰਛੀਆਂ ਦੀ ਚਹਿਕਣ ਦੀ ਹੈ। ਇਹ ਸਾਰਾ ਕੁਝ ਉਹਦੀ ਉਸਤਤ ਹੀ ਹੋ ਰਹੀ ਵਾਹਿਗੁਰੂ ਦੀ। ਤੇ ਵਜੰਤ ਭੇਰੀ ਨਗਾਰੇ ਵੱਜ ਰਹੇ ਨੇ ਉਹਦੀ ਉਸਤਤ ਤੇ ਜੀ। ਆ ਜਿਹੜਾ ਕਥਾ ਕੀਰਤਨ ਹੈ ਨਾ, ਚਲੋ ਇਹ ਵੀ ਸਾਡੇ ਜੋੜਨ ਵਾਸਤੇ ਗਿਆ ਕਿ ਭਾਈ ਆਉਣ ਵਾਲੇ ਸੁਰਨ ਤੇ ਜੁੜ ਜਾਣ। ਕਥਾ ਤਾਂ ਹੀ ਸਾਨੂੰ ਸਮਝ ਲੱਗਦੇ, ਔਰ ਕਥਾ ਤੇ ਕੀਰਤਨ ਦਾ ਗੁਰੂ ਸਾਹਿਬ ਨੂੰ ਕੋਈ ਲਾਭ ਨਹੀਂ ਹੈ।
ਇੱਕ ਪ੍ਰਚਾਰਕ ਕਿਸੇ ਗੁਰਮੁਖ ਪਿਆਰੇ ਨੇ ਸੱਦ ਲਿਆ ਤੇ ਚਲੋ ਸਾਨੂੰ ਫਿਰ ਭਾਵਨਾ ਬਣਾਉਣੀ ਪੈਂਦੀ ਵੀ ਆਪਾਂ ਗੁਰੂ ਸਾਹਿਬ ਨੂੰ ਕਥਾ ਸੁਣਾਈਏ, ਜੋ ਹੋਰ ਨਹੀਂ ਕੋਈ ਹੈਗਾ। ਗੁਰੂ ਸਾਹਿਬ ਦੀ ਕਥਾ ਵੈਸੇ ਅਸੀਂ ਸੁਣਾਉਣੀ ਹੁੰਦੀ, ਗੁਰੂ ਸਾਹਿਬ ਨੂੰ ਅਸੀਂ ਕੀ ਸੁਣਾ ਸਕਦੇ ਹਾਂ। ਹਾਂ, ਇਹ ਉਹਦੀ ਸੇਵਾ ਜ਼ਰੂਰ ਹੋ ਜਾਂਦੀ ਹੈ ਵੀ ਉਹ ਖੁਸ਼ ਹੋ ਜਾਂਦਾ, ਮੇਰੀ ਗੱਲ ਮੈਨੂੰ ਹੀ ਸੁਣਾ ਰਿਹਾ। ਤੁਸੀਂ ਕਿਸੇ ਦੀ ਉਸਤਤ ਕਿਸੇ ਕੋਲ ਕਰੋ, ਤੁਹਾਡੇ ਤੇ ਬੜਾ ਖੁਸ਼ ਹੋਏਗਾ। ਉਹ ਪ੍ਰਚਾਰਕ ਸੱਦ ਲਿਆ ਤੇ ਸੰਗਤ ਹੈ ਕੋਈ ਨਾ, ਜਦੋਂ ਸੰਗਤ ਹੈ ਕੋਈ ਨਾ ਤਾਂ ਉਹ ਫਿਰ ਪ੍ਰਚਾਰਕ ਦਰੀਆਂ ਵਿਛੀਆਂ ਸੀ, ਪੱਖੇ ਚੱਲਦੇ ਰਹੇ ਹਨ। ਉਹਨੂੰ ਫਿਰ ਬੋਲਣਾ ਪਿਆ, ਕਹਿੰਦਾ ਚਲੋ ਪੱਖਿਓ ਤੁਸੀਂ ਹੁਣ ਕੱਗ ਰੋਕੋ, ਚਲੋ ਦਰਿਓ ਟਾਟੋ, ਹੁਣ ਤੁਸੀਂ ਸੁਚੇਤ ਹੋ ਗਏ ਵੀ ਆਪਾਂ ਕਥਾ ਸ਼ੁਰੂ ਕਰਨੀ ਹੈ। ਵੀ ਕੋਈ ਸਰੀਰ ਦੇ ਸਾਹਮਣੇ ਬੈਠਾ ਹੀ ਨਹੀਂ ਹੈ। ਕਥਾ ਜਿਹਨੂੰ ਕਹਿੰਦਾ 400 ਕਿਲੋਮੀਟਰ ਮੈਨੂੰ ਸੱਦਿਆ ਤੇ ਸਰੀਰ ਦੋ ਵੀ ਨਹੀਂ ਕਥਾ ਸੁਣਨ ਵਾਲੇ ਬੈਠੇ। ਅੱਜ ਹਾਲਤ ਇਹੋ ਜਿਹੀ। ਉਹ ਰੱਬ ਨੂੰ ਖੁਸ਼ ਕਰਨ ਵਾਸਤੇ ਕੋਈ ਵਿਸ਼ੇਸ਼ ਸਾਜ਼ ਦੀ ਜ਼ਰੂਰਤ ਨਹੀਂ ਹੈ। ਨਗਾਰੇ ਉਹਦੇ ਤੇ ਚਰਨਾਂ 'ਚ ਵੱਜ ਰਹੇ ਹਨ। ਵਿਸ਼ਰਾਪ ਦੇ ਕੇ ਮਹਾਰਾਜ ਕਹਿੰਦੇ ਹਨ ਜੇ ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕਉ। ਮਹਾਰਾਜ ਕਹਿੰਦੇ ਸਾਰੇ ਨੇਤਰ ਤੇਰੇ ਹੀ ਹੈ। ਨੈਣ ਅੱਖਾਂ ਨੂੰ ਕਹਿੰਦੇ ਆ, ਨੇਤਰਾਂ ਨੂੰ ਕਹਿੰਦੇ ਆ। ਸਹਿਸ ਹਜ਼ਾਰਾਂ ਨੂੰ ਕਹਿੰਦੇ ਆ। ਹਜ਼ਾਰਾਂ ਤੇਰੇ ਨੇਤਰ ਨੇ। ਲੱਗੀ ਹੈ ਸਾਡੇ ਸਰੀਰਾਂ ਨੂੰ ਰੱਬ ਦੀ ਦਿੱਤੀਆਂ ਅੱਖਾਂ, ਰੱਬ ਨੇ ਲਾਈਆਂ। ਰੱਬ ਹੀ ਵੇਖ ਰਿਹਾ ਤੇ ਰੱਬ ਹੀ ਵੇਖਣਾ ਹੀ ਇਹਨਾਂ ਅੱਖਾਂ ਨਾਲ, ਪਰ ਅਸੀਂ ਹੋਰ ਪਾਸੇ ਲਾਈਆਂ ਹੋਈਆਂ। ਮਹਾਰਾਜ ਨੇ ਕਿਹਾ ਅੱਖੀ ਦੇਖ ਨਾ ਰਚੀਆਂ ਬਹੁ ਰੰਗ ਤਮਾਸ਼ੇ। ਅਸੀਂ ਰੰਗ ਤਮਾਸ਼ੇ, ਚਲੋ ਫਲਾਣੀ ਚੀਜ਼ ਵੇਖਣ ਚੱਲੀਏ, ਚਲੋ ਫਲਾਣੇ ਜਗ੍ਹਾ ਨੂੰ ਵੇਖਣ ਚੱਲੀਏ, ਚਲੋ ਫਲਾਣੇ ਥਾਂ 'ਤੇ ਚੱਲੀਏ। ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋਤ ਰੱਖੀ। ਰੱਬ ਨੇ ਤਾਕਤ ਤੁਹਾਡੇ ਅੰਦਰ ਪੈਦਾ ਕੀਤੀ ਹੈ। ਇਹਨਾਂ ਨੇਤਰਾਂ ਨਾਲ ਉਹਨੂੰ ਰੱਬ ਦੇ ਹੀ ਦਰਸ਼ਨ ਕਰਨੇ ਚਾਹੀਦੇ। ਸਹਿਸ ਤਾਪ ਨੈਣ ਨਨ ਨੈਣ ਹੈ ਤੋਹੇ ਕੋ। ਸਾਰੇ ਨੇਤਰ ਤੇਰੇ ਹੀ ਹੈ, ਜਿੰਨੇ ਤੂੰ ਸਰੀਰਾਂ ਨੂੰ ਲਾਏ ਤੂੰ ਹੀ ਵੇਖ ਲਿਆ ਹੈ। ਸਹਸ ਮੂਰਤ ਨਨਾ ਏਕ ਤੋਹੀ। ਕਹਿੰਦੇ ਤੇਰੇ ਨੈਣ ਹੈਗੇ ਵੀ, ਪਰ ਤੂੰ ਨਿਰੰਕਾਰ, ਤੇਰੀਆਂ ਅੱਖਾਂ ਹੈ ਵੀ ਨਹੀਂ ਹੈ। ਤੇਰੀ ਮੂਰਤੀ ਵੀ ਹੈ, ਤੇਰੀ ਮੂਰਤੀ ਹੈ ਵੀ ਨਹੀਂ ਹੈ। ਆ ਸਾਰੀਆਂ ਸੀ ਉਹਦੀਆਂ ਬਣਾਈਆਂ ਮੂਰਤੀਆਂ ਹੀ ਹੈ। ਵੈਸੇ ਰੱਬ ਨਿਰੰਕਾਰ ਹੈ, ਉਹਦਾ ਕਾਰ ਕੋਈ ਨਹੀਂ। ਚੱਕਰ ਚਿੰਨ੍ਹ ਅਰ ਵਰਨ ਜਾਤ ਅਰ ਪਾਤ ਮਹਿਨ ਜੇ ਰੂਪ ਰੰਗ ਅਰ ਰੇਗ ਭੇਗ ਕੋ ਕਹਿ ਨਾ ਸਕਤ ਕੇ। ਰੱਬ ਕਿਹੋ ਜਿਹਾ ਕੋਈ ਨਹੀਂ ਕਹਿ ਸਕਦਾ, ਕਿਉਂਕਿ ਉਹ ਕਿਹੋ ਜਿਹਾ ਹੈ ਹੀ ਨਹੀਂ ਹੈ। ਨਹੀਂ ਤਾਂ ਰੱਬ ਦੀਆਂ ਵੀ ਪੇਟੀਆਂ ਬਣਾ ਦੇਣੀਆਂ ਉਹਨਾਂ ਨੇ। ਰੱਬ ਇਹੋ ਜਿਹਾ ਜੀ, ਕਿਸੇ ਧਰਮ ਨੇ ਆਖਣਾ ਮੈਂ ਵੇਖਿਆ ਇਹੋ ਜਿਹਾ, ਦੂਜੇ ਨੇ ਆਖਣਾ ਮੈਂ ਵੇਖਿਆ ਇਹੋ ਜਿਹਾ। ਰੱਬ ਦੀਆਂ ਸਾਰੀਆਂ ਮੂਰਤਾਂ ਸਹਿਸ ਮੂਰਤ ਨਨਾ ਏਕ ਤੋਹੀ। ਵੈਸੇ ਤੇ ਅਸੀਂ ਸਾਰੀਆਂ ਰੱਬ ਦੀਆਂ ਬਣਾਈਆਂ ਮੂਰਤਾਂ, ਪਰ ਅਸਲ ਵਿੱਚ ਉਹਦੀ ਇੱਕ ਵੀ ਮੂਰਤ ਨਹੀਂ ਹੈ। ਅਨੇਕਾਂ ਅੱਖਾਂ ਉਹਨੇ ਲਾਈਆਂ, ਉਹਦੀਆਂ ਤੇ ਅੱਖਾਂ, ਉਹਦੇ ਨੇਤਰ ਹੈ ਹੀ ਨਹੀਂ, ਕਿਉਂਕਿ ਨਿਰੰਕਾਰ ਹੈ। ਸਹਸ ਪਦ ਬਿਮਲ ਨਨ ਏਕ ਪਦ ਗਦ ਬਿਨ। ਮਹਾਰਾਜ ਕਹਿੰਦੇ ਤੇਰੇ ਅਨੇਕਾਂ ਚਰਨ ਨੇ। ਸਹਿਸ ਪਦ ਬਿਮਲ ਨਨ ਏਕ ਪਦ ਗਦ ਬਿਨ। ਇੱਕ ਵੀ ਚਰਨ ਨਹੀਂ ਹੈ। ਸਾਨੂੰ ਲੱਤਾਂ ਉਹਨੇ ਹੀ ਲਾਈਆਂ। ਅਸੀਂ ਦੋ ਲੱਤਾਂ ਵਾਲੇ ਆ, ਕੋਈ ਚਾਰ ਲੱਤਾਂ ਵਾਲੇ ਨੇ, ਕੋਈ ਕੀਕੜੇ ਵਗੈਰਾ, ਉਹਨਾਂ ਨੂੰ ਕਈ ਲੱਤਾਂ ਹੁੰਦੀਆਂ। ਰੱਬ ਦੀਆਂ ਹੀ ਤੇ ਲਾਈਆਂ ਹੋਈਆਂ। ਤੇਰੇ ਬਹੁਤ ਚਰਨ ਨੇ, ਤੇਰੇ ਬਹੁਤ ਪੈਰ ਨੇ, ਤੇਰਾ ਪੈਰ ਹੈ ਹੀ ਕੋਈ ਨਹੀਂ। ਸਹਸ ਤਬ ਗੰਧ ਇਵ ਚਲਤ ਮੋਹੀ। ਗੰਧ ਨਾਸਕਾ ਨੂੰ ਕਹਿੰਦੇ ਨੇ ਜੀ, ਨੱਕ ਨੂੰ ਕਹਿੰਦੇ। ਅਨੇਕਾਂ ਸੁਗੰਧੀ ਲੈਣ ਵਾਸਤੇ ਤੂੰ ਨੱਕ ਲਾਏ ਨੇ ਤੇ ਤੇਰਾ ਨੱਕ ਹੈ ਹੀ ਕੋਈ ਨਹੀਂ ਹੈ। ਹੈ ਵੀ ਹੈ, ਨਹੀਂ ਵੀ ਹੈ। ਉਹ ਸਰਗੁਣ ਵੀ ਹੈ, ਉਹ ਨਿਰਗੁਣ ਵੀ ਹੈ। ਉਹ ਸਾਰਿਆਂ ਦੇ ਵਿੱਚ ਵੀ, ਉਹ ਸਾਰਿਆਂ ਤੋਂ ਅੱਡਰਾ ਵੀ ਹੈ। ਮਹਾਰਾਜ ਅਨੇਕਾਂ ਤੇਰੇ ਪੈਰ ਨੇ, ਪਰ ਤੇਰਾ ਤੇ ਪੈਰ ਹੈ ਹੀ ਕੋਈ ਨਹੀਂ। ਤੂੰ ਤੇ, ਕਿਉਂਕਿ ਤੂੰ ਸਰੀਰ ਹੀ ਨਹੀਂ ਹੈ। ਅਨੇਕਾਂ ਨਾਸਕਾਂ ਤੂੰ ਲਾਈਆਂ, ਸੁਗੰਧੀ ਲੈਣਾ ਜੋ ਬਨਸਪਤੀ, ਜੋ ਸੁਗੰਧੀ ਕੁਦਰਤ ਚੋਂ, ਪਰ ਤੇਰੇ ਤੇ ਨਾਸਕਾ ਹੈ ਹੀ ਕੋਈ ਨਹੀਂ। ਸਭ ਮੈਂ ਜੋਤ ਜੋਤ ਹੈ ਸੋਈ। ਤੇਰੀ ਤਾਕਤ ਸਤਿਆ ਸਾਰਿਆਂ 'ਚ ਕੰਮ ਕਰ ਰਹੀ ਹੈ। ਸਭ ਮਹਿ ਜੋਤ ਜੋਤ ਹੈ। ਜੋਤ ਨੂੰ ਅਸੀਂ ਕਹਿ ਸਕਦੇ ਪਾਵਰ, ਤਾਕਤ ਸਾਡੇ ਅੰਦਰ ਰੱਬ ਦੀ ਕੰਮ ਕਰ ਰਹੀ ਹੈ। ਇਹ ਜੋਤ ਆਤਮਾ ਰੂਪੀ ਸਾਰੇ ਸਰੀਰਾਂ 'ਚ ਜਗ ਰਹੀ ਹੈ। ਇਸ ਦਾ ਚਾਨਣ ਸਭ ਮਹਿ ਚਾਨਣ ਹੋਈ। ਕਹਿੰਦੇ ਉਹਨੂੰ ਤਾਕਤ ਦਿੱਤੀ ਤੇ ਉਹਨਾਂ ਅੱਖਾਂ 'ਚ ਰੌਸ਼ਨੀ ਤਾਂ ਹੀ ਹੈ ਵੀ ਸਾਡੇ ਅੰਦਰ ਜੋਤ ਹੈ। ਜਦੋਂ ਜੋਤ ਨਿਕਲ ਗਈ, ਅੱਖਾਂ ਬੰਦ ਰਹਿ ਜਾਣੀਆਂ। ਅੱਖਾਂ ਖੁੱਲੀਆਂ ਵੀ ਕਈਆਂ ਦੀਆਂ ਹੁੰਦੀਆਂ, ਮੌਤ ਹੋ ਜਾਂਦੀ, ਦਿਸਦਾ ਕੁਝ ਨਹੀਂ ਉਹਨਾਂ ਨੂੰ, ਕਿਉਂਕਿ ਅੰਦਰ ਜੋਤ ਨਹੀਂ ਰਹੀ।
ਬਹੁਤਿਆਂ ਦੇ ਪ੍ਰਾਣ ਅੱਖਾਂ ਰਾਹੀਂ ਨਿਕਲਦੇ ਜੋ ਗੁਰਮੁਖੋ। ਸਾਡੇ ਜਿਹੜੇ ਅੰਦਰੋਂ ਸਵਾਸ ਨੇ ਨਾ, ਜਦੋਂ ਪੂਰੇ ਹੁੰਦੇ ਆ, ਅੱਖਾਂ ਉਹਨਾਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਜਿਨ੍ਹਾਂ ਦੇ ਸਵਾਸ ਅੱਖਾਂ ਰਾਹੀਂ ਨਿਕਲਦੇ ਆ। ਕਿਸੇ ਦੇ ਮੂੰਹ ਰਾਹੀਂ ਨਿਕਲਦੇ ਨੇ, ਕਿਸੇ ਦੇ ਕੰਨਾਂ ਰਾਹੀਂ ਨਿਕਲਦੇ ਨੇ, ਕਿਸੇ ਦੇ ਇਹ ਭਾਵ ਕਿ ਅਲੱਗ-ਅਲੱਗ ਜਗ੍ਹਾ ਤੋਂ ਸਵਾਸ ਨਿਕਲਦੇ। ਜਿਹੋ ਜਿਹੀ ਬੰਦਗੀ, ਜਿਹੋ ਜਿਹਾ ਜੀਵਨ, ਉਵੇਂ ਹੀ ਸਵਾਸ ਨਿਕਲਦੇ। ਕਈਆਂ ਨੂੰ ਨਿਕਲ ਲੱਗਿਆ ਬੜੀ ਤਕਲੀਫ ਹੁੰਦੀ ਹੈ, ਕਈਆਂ ਨੂੰ ਬਿਲਕੁਲ ਹੀ ਨਹੀਂ, ਤੇ ਫਿਰ ਅੱਖਾਂ ਬੰਦ ਕਰਨੀਆਂ ਪੈਂਦੀਆਂ। ਕਈ ਸਰੀਰ 'ਤੇ ਅੱਗ ਲੱਗੀ, ਅੱਖਾਂ ਉਹਨਾਂ ਦੇ ਪ੍ਰਾਣ ਅੱਖਾਂ ਵਿੱਚ ਦੀ ਨਿਕਲਦੇ ਆ। ਤੇ ਮਹਾਰਾਜ ਕਹਿੰਦੇ ਆ ਵੀ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤੇਰੀ ਸਤਿਆ ਤੇ ਚਾਨਣ ਹੈ, ਰੋਸ਼ਨੀ ਹੈ। ਤੂੰ ਹੀ ਸਾਰਿਆਂ ਨੂੰ ਸਤਿਆ ਤਾਕਤ ਬਖਸ਼ਿਸ਼ ਕਰ ਰਿਹਾ ਹੈ। ਤੇ ਅੱਜ ਅਸੀਂ ਚਾਨਣ ਵੇਖ ਰਹੇ ਹਾਂ, ਜਗ ਤੇ ਤਾਂ ਹੀ ਰਹੇ ਹਾਂ। ਲਾਈਟ ਹੈ ਤੇ ਇਹ ਟਿਊਬਾਂ ਵਗੈਰਾ ਜਗਦਾ ਹੀ ਆਉਂਦੇ, ਕਿਤੇ ਹੁਣ ਸੰਗਤ ਨੇ ਸੇਵਾ ਕੀਤੀ, ਜਗਦਾ। ਲਾਈਟ ਚਲੀ ਗਈ ਤੇ ਨਾ ਬੁੱਝ ਜਾਣਾ। ਸਵਾਸ ਹੈ ਤੇ ਜਿਉਂਦੇ ਅੱਖਾਂ ਖੁੱਲੀਆਂ ਨੇ, ਸਵਾਸ ਨਿਕਲ ਕੇ ਬੁੱਝ ਜਾਣਾ ਸਭ ਕੁਝ। ਇਹਦੇ ਲਾਈਟ ਆਏਗੀ ਫਿਰ ਚੱਲ ਪੈਣਗੇ, ਤੇ ਸਾਡੇ ਚੋਂ ਇੱਕ ਵਾਰੀ ਸਵਾਸ ਨਿਕਲ ਕੇ ਦੁਬਾਰਾ ਨਹੀਂ ਇਹਨੇ ਫਿਰ ਰੋਸ਼ਨ ਹੋਣਾ ਸਰੀਰ ਦਾ। ਹੱਥ ਪੈਰ ਵੀ ਨਹੀਂ ਚੱਲਣੇ, ਨੇਤਰ ਵੀ ਨਹੀਂ ਖੁੱਲਣੇ। ਫਿਰ ਤੇ ਉਹ ਇਹਨਾਂ ਨੂੰ ਵੇਖੋ, ਬੰਦਾ ਚੱਲਿਆ ਚੌਹਾਂ ਜੜਿਆਂ ਦੇ ਕੰਨ ਤੇ ਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ, ਹੁਣੇ ਕਿਸੇ ਕੰਮ ਦਾ ਨਹੀਂ ਰਿਹਾ। ਫਿਰ ਭਰਾ ਬੰਨ ਕੇ ਅੱਗੇ ਲਾ ਕੇ ਤੁਰ ਕੇ ਲੈ ਜਾਂਦੇ ਹਨ। ਗੁਰ ਸਾਖੀ ਜੋਤ ਪ੍ਰਗਟ ਹਾਂ, ਹੋਈ। ਗੁਰੂ ਦੀ ਸਿੱਖਿਆ ਤੇ ਚੱਲ ਕੇ ਜੋਤ ਪ੍ਰਗਟ ਹੋ ਜਾਂਦੀ। ਭਾਵ ਕਿ ਵੀ ਸਭ ਦੇ ਅੰਦਰ ਰੱਬ ਹੀ ਸਾਰਿਆਂ ਨੂੰ ਜੀਵਨ ਦੇ ਰਿਹਾ ਹੈ। ਇਹ ਜੋਤ ਪ੍ਰਗਟ ਹੋ ਜਾਂਦੀ ਗੁਰੂ ਦੀ ਸਿੱਖਿਆ ਤੇ ਚੱਲ ਕੇ। ਸਾਨੂੰ ਸਮਝ ਆ ਗਈ ਨਾ ਵੀ ਰੱਬ ਹੀ ਸਾਰਾ ਸਿਸਟਮ ਚਲਾ ਰਿਹਾ। ਬਸ ਆਹੀ ਹੈ ਜੋਤ ਪ੍ਰਗਟ ਹੋਣੀ। ਗੁਰੂ ਦੀ ਸਿੱਖਿਆ ਤੇ ਚੱਲ ਕੇ ਸਮਝ ਆ ਜਾਂਦੀ ਹੈ ਹਰੇਕ ਸਰੀਰ 'ਚ ਰੱਬ ਹੈ, ਹਰੇਕ ਸਰੀਰ ਨੂੰ ਹੀ ਰੱਬ ਚਲਾ ਰਿਹਾ ਹੈ। ਜੋ ਤਿਸ ਭਾਵੈ ਸਵਾਰ ਦੇ ਹੋਏ। ਜਿਵੇਂ ਤੈਨੂੰ ਭਾਉਂਦਾ ਜੀ ਉਵੇਂ ਹੀ ਆਰਤੀ ਹੋ। ਅਸੀਂ ਆਰਤੀ ਉਤਾਰ ਨਹੀਂ ਸਕਦੇ, ਆਰਤੀ ਤੇ ਹੋ ਰਹੀ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਕਹਿੰਦੇ ਵੀ ਵਾਹਿਗੁਰੂ ਦੇ ਜਿਹੜੇ ਚਰਨ ਨੇ ਕਮਲ ਫੁੱਲ ਦੀ ਤਰ੍ਹਾਂ ਹੈ। ਮਕਰੰਦ ਲੋਭਤ ਮਨੋ, ਮਨ ਦੇ ਅੰਦਰ ਇੱਕ ਲੋਭ ਆ ਗਿਆ ਵੀ ਉਹ ਉਸ ਚਰਨਾਂ ਦੀ ਸੁਗੰਧੀ ਮੰਨਣੀ ਹੈ। ਉਹ ਸੁਗੰਧੀ ਹੈ ਨਾ, ਚਰਨ ਕਮਲ ਫੁੱਲ ਦੀ ਤਰ੍ਹਾਂ। ਬਹੁਤ ਵਾਰੀ ਸ਼ਬਦ ਆਇਆ ਮਹਾਰਾਜ ਦੇ ਚਰਨ ਕਮਲ ਫੁੱਲ ਦੀ ਤਰ੍ਹਾਂ। ਮਨ ਲੁਭਾਈ ਮਨ ਹੋਏਗਾ ਵੀ ਉਹ ਸੁਗੰਧੀ ਨੂੰ ਮੰਨਣਾ ਹੈ। ਆਨ ਦਿਨ ਮੋਹੇ ਆਹੀ ਪਿਆਸਾ। ਦੇਖੋ ਨਾ, ਤੂੰ ਸੁਗੰਧੀ ਨੂੰ ਮੰਨਣ ਦੀ ਪਿਆਸ ਲੱਗੀ ਰਹਿੰਦੀ ਹੈ, ਉਸ ਆਨੰਦ ਨੂੰ ਪ੍ਰਾਪਤ ਕਰਨਾ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ। ਨਾਨਕ ਇੱਕ ਪਪੀ ਹੈ ਤੇ ਤੂੰ ਕਿਰਪਾ ਦਾ ਜਲ ਦੇ ਦੇ। ਬਬੀਹਾ ਕਹਿ ਲੂ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਲ ਸੁਣੀ ਪੁਕਾਰ। ਵੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਹੁਣ ਉਹਦੀ ਪੁਕਾਰ ਇਹ ਹੈ ਪਪੀਹੇ ਦੀ ਵੀ ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਇਹਦੇ ਕਿਰਪਾ ਰੂਪੀ ਜਲ, ਬਖਸ਼ਿਸ਼ ਰੂਪੀ ਜਲ ਦੇ ਦੇਣਾ ਕਰੋ। ਹੋਏ ਜਾਤੇ ਤੇਰਾ ਨਾਈ ਵਾਸਾ। ਕਹਿੰਦੇ ਜਿਹਦੇ ਕਰਕੇ ਤੇਰੇ ਨਾਮ 'ਚ ਵਾਸਾ ਹੋ ਜਾਏ, ਭਾਵ ਕਿ ਤੇਰਾ ਨਾਮ ਹਿਰਦੇ 'ਚ ਟਿਕ ਜੇ। ਇਹ ਬਖਸ਼ਿਸ਼ ਦਾ ਜਲ ਨਾਨਕ ਨੂੰ ਦੇ ਦੇਣਾ ਕਰੋ। ਰਾਗ ਕੌੜੀ ਪੂਰਬੀ ਮਹੱਲਾ ਚੌਥਾ। ਰਾਗ ਬੌੜੀ ਪੂਰਬੀ ਹੈ। ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਿਤਨੇਮ ਦੀ ਬਾਣੀ 'ਚ ਆਪ ਜੀ ਰੋਜ਼ ਸੌਣ ਤੋਂ ਪਹਿਲਾਂ ਮੰਜੇ ਤੇ ਚੌਕੜਾ ਮਾਰ ਕੇ ਇਹ ਬਾਣੀ ਦਾ ਉਚਾਰਨ ਆਪ ਜੀ ਕਰਦੇ ਹੋ। ਜ਼ਰੂਰ ਕਰਨਾ ਚਾਹੀਦਾ ਹੈ ਜੀ। ਕੀਰਤਨ ਸਵੇਰੇ ਦਾ ਪਾਠ, ਸੌਣ ਲੱਗਿਆ ਪ੍ਰਸ਼ਾਦਾ ਪਾਣੀ ਛਕ ਲਿਆ, ਤੁਸੀਂ ਟਹਿਲ ਲਿਆ, ਆੜ ਕੇ ਸੌਣ ਲੱਗੇ ਹੋ, ਚੌਕੜਾ ਮਾਰੋ, ਸਿਰ ਢੱਕੋ, ਇਸ ਬਾਣੀ ਦਾ ਉਚਾਰਨ ਕਰਕੇ ਬੜੇ ਪਿਆਰ ਦੇ ਨਾਲ ਫਿਰ ਤੁਸੀਂ ਸੌਵੋ। ਤੇ ਫਿਰ ਇੱਕ ਕਾਰ ਖਿੱਚੀ ਜਾਂਦੀ ਹੈ, ਤੁਹਾਨੂੰ ਫਿਰ ਬੜੇ ਆਨੰਦ ਨਾਲ ਨੀਂਦ ਆਏਗੀ। ਕੋਈ ਪੂਰੀ ਓਪਰੀ ਹੈ। ਇਹ ਮਹਾਰਾਜ ਨੇ ਕੀਰਤਨ ਸਵੇਲੇ ਦੀ ਬਾਣੀ ਦੇ ਵੀ ਬੜੀ ਬਖਸ਼ਿਸ਼ ਵਰਤਾਈ ਹੈ। ਉਹ ਕਹਿੰਦੇ ਰਾਮ ਜੀ ਨੇ ਸੀਤਾ ਦੇ ਦੁਆਲੇ ਕਾਰ ਖਿੱਚੀ ਹੈ ਵੀ ਇਹਦੇ 'ਚ ਰਹੋਗੇ ਤੇ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ। ਤੇ ਕੀਰਤਨ ਸਵੇਲਾ ਕਾਰ ਹੈ, ਜਦੋਂ ਅਸੀਂ ਪੜ੍ਹ ਕੇ ਸੌਂਦੇ ਫਿਰ ਕੋਈ ਦੁੱਖ ਤਕਲੀਫ ਨਹੀਂ, ਕਿਸੇ ਤਰ੍ਹਾਂ ਦੇ ਕੋਈ ਬੁਰੇ ਖਿਆਲ ਵਿਚਾਰ ਕੋਈ ਉਪਰੀ ਸ਼ੈ ਦਾ ਫਿਰ ਉੱਤੇ ਅਸਰ ਨਹੀਂ ਹੁੰਦਾ। ਜਿਹੜਾ ਬੰਦਾ ਕੀਰਤਨ ਸਵੇਲੇ ਦਾ ਪਾਠ ਕਰਕੇ ਸੌਂਦਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ। ਨਗਰ ਸਰੀਰ ਨੂੰ ਕਿਹਾ ਹੈ ਜੀ। ਕਹਿੰਦੇ ਕਾਮ ਕ੍ਰੋਧ ਨਾਲ ਹੀ ਭਰਿਆ ਹੈ। ਕਿ ਸਾਡਾ ਇਸੇ ਨਾਲ ਹੀ ਭਰਿਆ ਹੈ। ਝਾਤ ਆਪਾਂ ਨੇ ਅੰਦਰ ਮਾਰਨੇ। ਘਰ ਬਹੁਤ ਸੋਹਣਾ, ਹਰ ਮੰਦਰ ਇਹੋ ਸਰੀਰ ਹੈ। ਤੇ ਹੁਣ ਅਸੀਂ ਭਰਿਆ ਕਿਹਦੇ ਨਾਲ? ਇਹਦੇ ਨਾਮ ਨਾਲ ਭਰਿਆ ਹੋਣਾ ਚਾਹੀਦਾ ਹੈ। ਇਹ ਤੇ ਉਹਦੀ ਬਖਸ਼ਿਸ਼ ਨਾਲ ਭਰਿਆ ਹੋਣਾ ਚਾਹੀਦਾ ਹੈ।
ਇਹ ਤੇ ਬਾਣੀ ਨਾਲ ਅੰਦਰੋਂ ਸੁਖਮਨੀ ਸਾਹਿਬ ਨਾਲ, ਜਪਜੀ ਸਾਹਿਬ ਨਾਲ, ਬਾਣੀ ਨਾਲ ਭਰਿਆ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਅਸੀਂ ਆਪਣਾ ਸਰੀਰ ਰੂਪੀ ਨਗਰ ਜਿਹੜਾ ਕਾਮ ਕ੍ਰੋਧ ਨਾਲ ਭਰਿਆ ਹੈ, ਸਾਧੂ ਖੰਡਲ ਖੰਡਾਹੀ, ਕਿਤੇ ਸਾਧੂ ਗੁਰੂ ਮਿਲੇ ਤੇ ਫਿਰ ਖੰਡਲ ਖੰਡਾ ਖੰਡ ਖੰਡ ਹੋ ਜਾਂਦਾ ਹੈ। ਇਹਨਾਂ ਨੂੰ ਨਖੇੜਿਆ ਜਾਏਗਾ ਕਾਮ ਤੇ ਕ੍ਰੋਧ ਨੂੰ। ਦੋ ਵਿਕਾਰ ਬਹੁਤ ਹਾਵੀ ਮਨੁੱਖ ਦੇ ਉੱਪਰ। ਕਾਮ, ਇਹਦੇ ਕਾਮ ਦੇ ਦੋ ਅਰਥ ਨੇ। ਇੱਕ ਕਾਮਨਾਵਾਂ ਜਿਹੜੀਆਂ ਵੀ ਮਨੁੱਖ ਦੀਆਂ ਖਤਮ ਹੀ ਨਹੀਂ ਹੁੰਦੀਆਂ, ਆਹ ਮਿਲ ਗਿਆ ਜੀ ਅਗਲਾ ਮੰਗ ਲਓ ਜੀ, ਅਗਲਾ ਮਿਲ ਗਿਆ ਜੀ ਅਗਲਾ। ਮਹਾਰਾਜ ਕਹਿੰਦੇ ਇਹਦੀਆਂ ਕਾਮਨਾਵਾਂ ਪੂਰੀਆਂ ਵੀ ਨਹੀਂ ਹੁੰਦੀਆਂ। ਤੇ ਦੂਸਰਾ ਇਹਦਾ ਅਰਥ ਵਾਸ਼ਨਾ ਵੀ ਹੈ। ਇਹ ਮਾਫ ਕਰਨਾ ਬਹੁਤੇ ਆ ਜਿਹੜੇ ਹੋਣ, ਜਿਹੜੇ ਆ ਪਾਪ ਹੋ ਰਹੇ ਨੇ ਕਿਤੇ ਨਾ ਕਿਤੇ, ਅੱਖਾਂ ਨੇ ਉਹ ਮੋਬਾਈਲ ਵੇਖਿਆ ਤਾਂ ਟੀਵੀ ਅੱਗੇ ਸਾਰਾ ਦਿਨ, ਤੇ ਫਿਰ ਬੰਦਾ ਉਹ ਪਾਪਾਂ 'ਚ ਖਚਤ ਹੋ ਜਾਂਦਾ। ਇੱਕ ਦਿਨ ਜੋ ਵੇਖਦਾ ਉਹੋ ਜਿਹਾ ਫਿਰ ਉਹ ਕਰਦਾ ਜਾਂ ਬਣਦਾ। ਤੇ ਮਹਾਰਾਜ ਕਹਿੰਦੇ ਕਾਮ ਤੇ ਕ੍ਰੋਧ ਦੇ ਨਾਲ ਅਸੀਂ ਆਪਣਾ ਸਰੀਰ ਭਰਿਆ। ਗੁਰੂ ਮਿਲੇ ਇਹ ਖੰਡ ਖੰਡ ਇਹਨੂੰ ਕੱਟਿਆ ਜਾ ਸਕਦਾ, ਕਾਮ ਕ੍ਰੋਧ ਨੂੰ ਅੰਦਰੋਂ ਦੂਰ ਕੀਤਾ ਜਾ ਸਕਦਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਇਹ ਪੂਰਬ ਕਿਤੇ ਲਿਖਤ ਲਿਖੀ ਹੈ ਵੀ ਗੁਰੂ ਮਿਲਿਆ, ਗੁਰੂ ਪਾਲਿਆ ਹੈ। ਪਹਿਲਾਂ ਕਿਤੇ ਲਿਖਿਆ ਸੀ ਰੱਬ ਨੇ ਵੀ ਇਹਨੂੰ ਭਾਈ ਗੁਰੂ ਮਿਲੇਗਾ ਜੀਵਨ 'ਚ, ਇੰਨੇ ਕੁ ਸਾਲਾਂ ਨੂੰ ਜੁੜ ਜਾਣਾ, ਇੰਨੇ ਅੱਧ ਉੱਪਰ ਭੋਗ ਕੇ ਜੁੜਨਾ, ਆਹ ਤੇ ਜੁੜੇਗਾ ਹੀ ਨਹੀਂ, ਆਹ ਅਖੀਰ ਤੇ ਜੁੜ ਜਾਏਗਾ। ਇਹ ਰੱਬ ਨੇ ਕਿਤੇ ਨਾ ਕਿਤੇ ਸ਼ਾਇਦ ਲਿਖਿਆ ਹੈ, ਤੇ ਫਿਰ ਉਸੇ ਤਰ੍ਹਾਂ ਹੀ ਹੋ ਰਿਹਾ। ਤੇ ਮਹਾਰਾਜ ਇੱਥੇ ਕਹਿੰਦੇ ਪੂਰਬ ਲਿਖਤ ਲਿਖੇ ਗੁਰ ਪਾਇਆ, ਕਿਤੇ ਪੂਰਬਲੇ ਕਰਮ ਚੰਗੇ ਲਿਖੇ, ਅਸੀਂ ਗੁਰੂ ਨੂੰ ਜੀਵਨ 'ਚ ਪਾ ਲਿਆ ਜੀ। ਮਨ ਹਰ ਲਿਵ ਮੰਡਲ ਮੰਡਾਹੀ, ਮਨ ਹਰ ਲਿਵ, ਮਨ ਹਰ ਨਾਲ ਜੁੜ ਗਿਆ, ਲਿਵ ਲੱਗ ਗਈ ਤੇ ਮੰਡਲ ਮੰਡਾ। ਉਹ ਜਿਹੜੇ ਕਾਮ ਕ੍ਰੋਧ ਸੀ ਉਹਨੂੰ ਖੰਡ ਖੰਡ ਮੰਡਲ ਮੰਡਾ, ਉਸ ਸੁਰਤ ਮੰਡਲ 'ਚ ਨਾਮ ਟਿਕ ਗਿਆ। ਜਿੱਥੇ ਨਾਮ ਤੇ ਉੱਥੇ ਕ੍ਰੋਧ ਨਹੀਂ ਰਹੇਗਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ। ਹੈ ਜੇ ਤੁਹਾਡੇ ਅੰਦਰ ਨਾਮ ਟਿਕ ਗਿਆ ਕਾਮ ਨਹੀਂ ਟਿਕੇਗਾ, ਤੁਹਾਡੇ ਅੰਦਰ ਨਾਮ ਟਿਕ ਗਿਆ ਕ੍ਰੋਧ ਨਹੀਂ ਟਿਕੇਗਾ। ਮਹਾਰਾਜ ਕਹਿੰਦੇ ਫਿਰ ਉਹਨੂੰ ਖੰਡ ਖੰਡ ਕਰਕੇ ਮਨੁੱਖ ਅੰਦਰੋਂ ਕੱਢ ਦਿੰਦਾ ਹੈ। ਕਰ ਸਾਧੂ ਅੰਜੁਨੀ ਪੁਨ ਵਡਾਹੀ, ਮਹਾਰਾਜ ਕਹਿੰਦੇ ਵੱਡਾ ਪੁੰਨ ਹੈ ਸਾਧੂ ਨੂੰ ਅੰਜਲੀ ਕਰ, ਗੁਰੂ ਨੂੰ ਨਮਸਕਾਰ ਕਰ। ਇਹ ਵੀ ਇੱਕ ਪੁੰਨ ਕਰਦੇ ਹੋ ਜੀ ਆਪ। ਗੁਰੂ ਸਾਹਿਬ ਨੂੰ ਆਣ ਕੇ ਪਿਆਰ ਨਾਲ ਮੱਥਾ ਟੇਕਣਾ, ਡੰਡੌਤ ਨਾ ਕਰ। ਡੰਡੌਤ, ਡੰਡੌਤ ਉਹਨੂੰ ਕਹਿੰਦੇ ਹਨ 8 ਅੰਗ ਸਰੀਰ ਤੇ ਲੱਗਣੇ, ਨੱਕ, ਮੱਥਾ, ਹੱਥ, ਗੋਡੇ ਤੇ ਪੈਰਾਂ ਦੇ ਅੰਗੂਠੇ, 8। ਇਹਨੂੰ ਡੰਡੌਤ ਆਪਾਂ ਬਚਨ ਪੜ੍ਹਦੇ, ਡੰਡੌਤ ਬੰਧਨ ਅਣਕ ਬਾਦ, ਇੱਕ ਵਾਰ ਨਹੀਂ ਅਣਕ ਵਾਰ, ਅਨੇਕਾਂ ਅਨੇਕਾਂ ਵਾਰ। ਸਰਬ ਕਲਾ, ਕਿਹਦੇ ਅੱਗੇ ਡੰਡੌਤ ਬੰਧਨ? ਸਰਬ ਕਲਾ ਸਮਰੱਥ, ਜਿਹੜਾ ਸਾਰੀਆਂ ਕਲਾ ਸਮਰੱਥ, ਉਹ ਰੱਬ ਹੀ ਹੋ ਸਕਦਾ, ਗੁਰੂ ਹੋ ਸਕਦਾ। ਪੁਰਾਣੇ ਜਿਹੜੇ ਸਿੱਖ ਨਾਲ ਡੰਡੌਤ ਹੀ ਕਰਦੇ ਹਨ, ਹੁਣ ਅਸੀਂ ਮੱਥਾ ਟੇਕਦੇ। ਹੁਣ ਤੇ ਕਈ ਮੱਥਾ ਵੀ ਨਹੀਂ ਜੇ ਧਰਤੀ ਤੇ ਲਾਉਂਦੇ, ਉਹ ਕਹਿੰਦੇ ਪੱਗ ਮੈਲੀ ਹੁੰਦੀ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ। ਕਹਿੰਦੇ ਬੰਦਾ ਭੁੱਲ ਗਿਆ ਇੱਥੇ ਪੱਗ ਮੈਲੀ ਹੋਣ ਤੋਂ ਮੱਥਾ ਨਹੀਂ ਟੇਕਦਾ। ਕਹਿੰਦੇ ਇੱਕ ਦਿਨ ਸਿਰ ਨੂੰ ਵੀ ਮਿੱਟੀ ਨੇ ਖਾਣਾ। ਮੁਸਲਮਾਨਾਂ ਦਾ ਸਿਰ ਮਿੱਟੀ ਦੇ ਕੀੜੇ ਖਾਂਦੇ ਹਨ, ਸਾਡਾ ਕੇਸ ਜਰੇ ਜਿਉਂ ਘਾਸ ਕਾ ਪੂਲਾ, ਜਿਵੇਂ ਘਾਹ ਦੇ ਪੂਲੇ ਨੂੰ ਅੱਗ ਲੱਗਦੀ, ਸਾਡੇ ਕੇਸਾਂ ਨੂੰ ਇਸ ਤਰ੍ਹਾਂ ਅੱਗ ਪੈਣੀ ਹੈ। ਤੇ ਮਹਾਰਾਜ ਕਹਿੰਦੇ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀ ਜੈ ਕਾਏ, ਕੁੰਨੇ ਹੇਠ ਚਲਾਈਏ ਬਾਲਣ ਸੰਧੈ ਥਾਏ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਮਹਾਰਾਜ ਕਹਿੰਦੇ ਕਾਪੇ ਨਾਲ ਵੱਢ ਦਿਓ, ਜਾਂ ਚੁੱਲ੍ਹੇ 'ਚ ਡਾ ਦਿਓ, ਜਿਹੜਾ ਗੁਰੂ ਅੱਗੇ ਨਹੀਂ ਸਿਰ ਆਣ ਕੇ ਝੁਕਦਾ। ਅਰਥ ਸਿੱਧੇ ਇਹ ਹੀ ਨੇ ਇਹਦੇ। ਕਰ ਡੰਡੌਤ ਪੁੰਨ ਵੱਡਾ ਹੈ, ਕਹਿੰਦੇ ਡੰਡੌਤ ਕਰ ਗੁਰੂ ਨੂੰ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਕਰ ਡੰਡੌਤ ਪੁੰਨ ਵੱਡਾ ਹੈ, ਸਾਧੂ ਨੂੰ ਨਮਸਕਾਰ ਕਰਨੀ, ਡੰਡੌਤ ਕਰਨੀ, ਇਸ ਤੋਂ ਵੱਡਾ ਪੁੰਨ ਹੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਕਰਿਆ ਕਰੇ ਪੁੰਨ ਕਰਦਾ ਤੂੰ, ਕਰਨਾ ਚਾਹੀਦਾ। ਮਾਂ ਪਿਓ ਦਾ ਵੀ ਸਤਿਕਾਰ, ਗੁਰਮੁਖ ਉਹਨਾਂ ਦੇ ਵੀ ਪੈਰੀਂ ਹੱਥ ਲਾਉਣੇ ਚਾਹੀਦੇ ਆ। ਤੇ ਗੁਰੂ ਸਾਹਿਬ ਨੂੰ ਤੇ ਆਣ ਕੇ ਨਾ, ਜਿਹੜਾ ਗੁਰੂ ਸਾਹਿਬ ਨੂੰ ਡੰਡੌਤ ਕਰੇਗਾ, ਮਾਂ ਪਿਓ ਦੇ ਪੈਰੀਂ ਹੱਥ ਵੀ ਉਹ ਲਾਏਗਾ। ਸਤਿਕਾਰ ਜਿਹਦਾ ਜਿੱਥੇ ਬਣਦਾ ਉਹ ਸਤਿਕਾਰ ਸਾਨੂੰ ਦੇਣਾ ਚਾਹੀਦਾ। ਗੁਰੂ ਨੇ ਇਹੀ ਸਿਖਾਇਆ ਸਾਨੂੰ। ਗੁਰੂ ਸਮਝ ਕੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ। ਬਣਦਾ ਸਤਿਕਾਰ ਤੁਹਾਨੂੰ ਵੱਡਿਆਂ ਨੂੰ ਦੇਣਾ ਚਾਹੀਦਾ। ਕਈ ਪ੍ਰਚਾਰਕ ਅੱਜ ਕਹਿੰਦੇ ਆ ਵੀ ਕਿਸੇ ਦੇ ਗੋਡੀ ਹੱਥ ਨਹੀਂ ਲਾਉਣਾ ਚਾਹੀਦਾ। ਕਿਉਂ ਨਹੀਂ ਲਾਉਣਾ ਚਾਹੀਦਾ? ਮੈਂ ਤੇ ਲਾਉਣਾ, ਲਾਉਣਾ ਚਾਹੀਦਾ। ਪਿਓ ਨੂੰ ਪਿਓ ਦਾ ਸਤਿਕਾਰ ਸਾਨੂੰ ਦੇਣਾ ਚਾਹੀਦਾ।
ਮਾਂ ਨੂੰ ਮਾਂ ਦਾ ਸਤਿਕਾਰ। ਜੇ ਹੁਣ ਆਖਾਂ ਮਾਂ ਮੈਂ ਤੇਰੇ ਪੈਰੀ ਹੱਥ ਨਹੀਂ ਲਾ ਸਕਦਾ, ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੂੰ ਮੱਥਾ, ਗੁਰੂ ਸਾਹਿਬ ਜੀ ਕਹਿੰਦੇ ਗੁਰੂ ਸਮਝ ਕੇ ਕਿਸੇ ਨੂੰ ਮੱਥਾ ਨਹੀਂ ਟੇਕਣਾ, ਮਾਂ ਨੂੰ ਮੱਥਾ ਟੇਕਣਾ ਹੈ। ਮਾਂ ਦਾ ਸਤਿਕਾਰ ਬਣਦਾ ਕਰਨਾ ਹੈ। ਤਾਂ ਨੇ ਅੱਗੇ ਇੱਕ ਦਿਨ ਬੇਨਤੀ ਕੀਤੀ, ਮਾਂ ਜਨਮ ਨਾ ਦਿੰਦੀ ਤੇ ਗੁਰੂ ਦਾ ਸਤਿਕਾਰ ਅਸੀਂ ਕਿਵੇਂ ਕਰਦੇ? ਗੁਰੂ ਦਾ ਸਤਿਕਾਰ ਬਾਅਦ 'ਚ ਕੀਤਾ, ਮਾਂ ਨੇ ਪਹਿਲਾਂ ਸਾਨੂੰ ਜਨਮ ਦਿੱਤਾ। ਗੁਰੂ ਸਾਹਿਬ ਦੇ ਬਾਰੇ ਸਾਨੂੰ ਪਤਾ ਹੀ ਨਹੀਂ, ਪਹਿਲਾਂ ਤੇ ਮਾਂ ਬਾਰੇ ਹੀ ਪਤਾ ਲੱਗਾ ਸੀ, ਤੇ ਮਾਂ ਦਾ ਸਤਿਕਾਰ ਕਰਨਾ ਬਣਦਾ ਹੈ। ਜਿੱਥੇ ਜਿਹਦਾ ਸਤਿਕਾਰ ਕਰਨਾ, ਮੈਨੂੰ ਤੁਹਾਡਾ ਸਤਿਕਾਰ ਕਰਨਾ ਬਣਦਾ। ਤੁਸੀਂ ਸਗਤ ਰੂਪ 'ਚੋਂ ਰੱਬ ਬੈਠਾ ਤੁਹਾਡੇ ਅੰਦਰ, ਤੁਹਾਨੂੰ ਮੇਰਾ ਸਤਿਕਾਰ ਕਰਨਾ ਚਾਹੀਦਾ। ਭਾਈ ਇਹ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ, ਇਹ ਸਾਨੂੰ ਬਣਦਾ, ਇੱਕ ਦੂਜੇ ਨੂੰ ਸਤਿਕਾਰ ਦੇਣਾ ਚਾਹੀਦਾ। ਜਿੱਥੇ ਜਿਹਦੀ ਰਿਸਪੈਕਟ ਸਾਨੂੰ ਕਰਨੀ ਚਾਹੀਦੀ ਹੈ ਸੰਸਾਰ 'ਚ ਵਿਚਰਦਿਆਂ, ਜਿਹਦੀ ਬਣਦੀ ਹੈ। ਹਾਂ, ਵਿਖਾਵਾ ਨਹੀਂ ਹੋਣਾ ਚਾਹੀਦਾ। ਕਰ ਕੁਝ ਹੋ ਰਿਹਾ ਤੇ ਅੰਦਰ ਕੁਝ ਹੋਰ ਚੱਲਦਾ ਹੋਵੇ, ਉਹ ਬਿਲਕੁਲ ਜਿੱਥੇ ਤੁਹਾਡੀ ਬਣਦੀ ਨਹੀਂ ਉਹਦੇ ਨਾ ਭਾਈ ਵੀ ਤੇਰੇ ਨਾਲ ਮੇਰੀ ਕੋਈ ਸਾਧ ਨਹੀਂ ਹੋ, ਮੈਂ ਤੈਨੂੰ ਐਵੇਂ ਝੂਠੇ ਵੀ ਸਤਿਕਾਰ ਨਹੀਂ ਉਹ ਦੇਣਾ, ਮੇਰਾ ਨਹੀਂ ਬਣ ਮਿਲਦਾ ਤੇਰੇ ਨਾਲ, ਉਹ ਸਪਸ਼ਟ ਕਰ ਦੇਣਾ ਚਾਹੀਦਾ। ਤੇ ਵੈਸੇ ਜਿਹੜੇ ਬਹੁਤੇ ਜ਼ਿਆਦਾ ਝੁਕਦੇ ਨੇ ਉਹ ਬੰਦਾ ਚੰਗਾ ਨਹੀਂ ਜੀ ਹੁੰਦਾ। ਤੁਸੀਂ ਵਿਚਰਦੇ ਹੀ ਹੋ, ਜਿੱਥੇ ਵੀ ਵਿਚਰਦੇ ਹੋ, ਜਿਹੜਾ ਬਿਨਾਂ ਗੱਲ ਤੋਂ ਤੁਹਾਨੂੰ ਐਵੇਂ ਮੱਥੇ ਟੇਕੀ ਜਾਏਗਾ, ਉਹ ਬੰਦਾ ਤੁਹਾਡੇ ਵਾਸਤੇ ਬੜਾ ਘਾਤਕ ਖਤਰਨਾਕ ਹੋਏਗਾ। ਕੋਈ ਬੰਦਾ ਤੁਰਿਆ ਜਾਂਦਾ ਸੀ, ਬੇਟੀ ਦਾ ਕੰਡਾ ਚੁੱਭ ਗਿਆ, ਉਹਨੂੰ ਬੜਾ ਗੁੱਸਾ ਚੜਿਆ ਇਹ ਗੱਲ ਦਾ ਵੀ ਕੰਡਾ ਚੁੱਭਿਆ। ਉਹਨੇ ਅੱਗੇ ਗਿਆ, ਬਾਲਟਾ ਪਾਣੀ ਦਾ ਲਿਆ ਤੇ ਉਹਦੇ 'ਚ ਉਹਨੇ ਖੰਡ ਪਾਈ ਘੋਲੀ, ਤੇ ਉਹ ਬੇਰੀ ਦੇ ਮੁੱਢ ਨਾਲ ਨਾ ਟੋਆ ਪੁੱਟ ਕੇ ਪਾ ਰਿਹਾ ਪਾਣੀ। ਤੇ ਵੇਖਣ ਵਾਲੇ ਨੂੰ ਲੱਗਾ ਵੀ ਇਹ ਬੜਾ ਸਤਿਕਾਰ ਕਰ ਰਿਹਾ ਬੇਰੀ ਦਾ। ਤੇ ਜਿਹੜਾ ਨਾਲ ਚੇਲਾ ਸੀ ਉਹਨੂੰ ਤੇ ਪਤਾ ਸੀ ਵੀ ਇਹਨੂੰ ਕੰਡਾ ਚੁੱਭਿਆ, ਤਾਂ ਉਹ ਕਹਿੰਦਾ ਜੀ ਕੰਡੇ ਮਿੱਠੇ ਥੋੜ੍ਹੀ ਹੋ ਜਾਣਗੇ ਤੁਹਾਡੇ ਇਹਦੇ ਨਾਲ ਪਾਣੀ ਪਾਇਆ ਜਾਂ ਮਿੱਠਾ ਪਾਣੀ ਪਾਇਆ, ਕੰਡਾ ਤੇ ਕੰਡਾ ਹੀ ਰਹਿਣਾ, ਫਿਰ ਵੀ ਇਹਨੂੰ ਉਨਾ ਹੀ ਦਰਦ ਦੇਣਾ। ਕਹਿੰਦਾ ਮੈਂ ਉਹਦੇ ਨਾਲ ਇਹ ਨਾਲ ਪਿਆਰ ਨਹੀਂ ਬੇਰੀ ਨਾਲ ਕਰ ਰਿਹਾ, ਅਸਲ 'ਚ ਇਹਨੂੰ ਮੈਂ ਮਿੱਠਾ ਪਾਣੀ ਪਾ ਕੇ ਉਹਨੂੰ ਜੜ੍ਹਾਂ ਤੋਂ ਖਤਮ, ਕੀੜਾ ਲੱਗੇਗਾ ਦੀਆਂ ਜੜ੍ਹਾਂ ਨੂੰ, ਤੇ ਇੱਕ ਦਿਨ ਇਹਨੇ ਖਤਮ ਹੋ ਜਾਣਾ ਬੇਰੀ ਨੇ। ਵੇਖਣ ਵਾਲੇ ਵਾਸਤੇ ਬੜਾ ਸਤਿਕਾਰ ਹੈ। ਕਈ ਵਾਰੀ ਤੁਹਾਡੇ ਅੱਗੇ ਵੀ ਝੁਕਦਾ, ਤੁਹਾਨੂੰ ਵੀ ਲੱਗਦਾ ਮੇਰਾ ਬੜਾ ਸਤਿਕਾਰ ਕਰਦਾ, ਵੇਖਣ ਵਾਲੇ ਨੂੰ ਲੱਗਦਾ ਕਿੰਨਾ ਸਤਿਕਾਰ ਕਰਦਾ, ਅਸਲ ਦੇ ਵਿੱਚ ਉਹ ਜੜ੍ਹਾਂ ਵੱਢ ਰਿਹਾ ਹੁੰਦਾ, ਅੰਦਰ ਕੁਝ ਹੋਰ ਚੱਲਦਾ ਹੁੰਦਾ। साजिश हो रही सी महफिल में मुझे मारने की, गया तो कहते हैं तेरी उम्र बहुत लंबी है। कहते सोच रहे ਇਹਨੂੰ ਮਾਰਨਾ ਕਿਵੇਂ ਗਿਆ, ਤੇ ਕਹਿੰਦੇ ਭਾਈ ਸਾਹਿਬ ਜੀ ਤੁਹਾਡੀ ਤਾਂ ਉਮਰ ਬੜੀ ਲੰਬੀ ਹੈ। ਇਹੋ ਜਿਹਾ ਸਤਿਕਾਰ ਸੁਆਹ, ਇਹੋ ਜਿਹਾ ਸਤਿਕਾਰ ਨਹੀਂ ਕਿਸੇ ਦਾ ਕਰਨਾ ਚਾਹੀਦਾ। ਆ ਕਲਾਕਾਰ ਮਾਰਿਆ, ਉਹ ਪਾਪੀ ਬੰਦਾ ਸੈਲਫੀ ਖਿਚਾਉਂਦਾ ਹੈ 15 ਮਿੰਟ ਪਹਿਲਾਂ ਉਸੇ ਨਾਲ ਜਿਹਨੂੰ ਮਾਰਨ ਦੀ ਸਾਜ਼ 'ਚ ਰਚ ਰਿਹਾ। ਉਹਨਾਂ ਸੋਚਿਆ ਹੈਗਾ ਸਾਨੂੰ ਪਿਆਰ ਕਰਨ ਵਾਲਾ, ਇਹ ਨਹੀਂ ਪਤਾ ਵੀ ਸਾਨੂੰ ਮਾਰਨ ਵਾਲੇ ਨੇ ਗੋਲੀਆਂ ਚਲਾ ਦੇਣੀਆਂ 15 ਮਿੰਟ ਬਾਅਦ ਸਾਡੇ ਉੱਪਰ। ਇਹੋ ਜਿਹੇ ਬੰਦਿਆਂ ਤੋਂ ਸੁਚੇਤ ਹੋਣਾ, ਬਚਣਾ ਹੈ। ਮਹਾਰਾਜ ਕਹਿੰਦੇ ਡੰਡੌਤ ਕਰ ਅੰਜਲੀ ਕਰ, ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਉਹਨੂੰ ਨਮਸਕਾਰ ਕਰ, ਉਹਦਾ ਸਤਿਕਾਰ ਕਰ, ਇਸ ਤੋਂ ਵੱਡਾ ਪੁੰਨ ਕੋਈ ਵੀ ਨਹੀਂ। ਸਾਗਤ ਹਰ ਰਸ ਸਾਧ ਨ ਜਾਣਿਆ, ਸਾਗਤ ਬੰਦਾ ਹਰ ਰਸ ਦਾ ਸਵਾਦ ਨਹੀਂ ਜਾਣਦਾ ਹੈ। ਸਾਗਤ ਬੰਦੇ ਨੂੰ ਕੀ ਪਤਾ ਨਾਮ 'ਚ ਕੀ ਰਸ, ਸਾਗਤ ਬੰਦਾ ਜਪਦਾ ਹੀ ਨਹੀਂ ਹੈ। ਭਗਤ ਜੀ ਕਹਿੰਦੇ ਕਬੀਰ ਸਾਗਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਣ ਕਾਰੂ ਪਰਸੀਏ ਤੋ ਕਛ ਲਾਗੇ ਦਾ। ਭੈੜੇ ਬੰਦੇ ਦਾ ਸਾਥ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਸਾਗਤਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ ਹੈ ਜੀ, ਉਹ ਕਿਸੇ ਨਾਲ ਨਹੀਂ ਫਿਰ ਬਣਦੀ। ਉਹਨਾਂ ਦੀ ਰਿਸ਼ਤੇਦਾਰਾਂ ਨੂੰ ਵੀ ਛੱਡ ਜਾਂਦੇ ਨੇ, ਬਿਸਤਰਾ ਦੋਸਤਾਂ ਨੂੰ ਵੀ ਛੱਡ ਜਾਂਦੇ ਹਨ। ਜਿਵੇਂ ਜਿਵੇਂ ਬੰਦਾ ਚੱਲਦਾ ਨਾ, ਹਉਮੈ ਦਾ ਕੰਡਾ ਚੁੱਭਦਾ ਹੈ, ਤੇ ਫਿਰ ਦੁੱਖ ਵੀ ਉਹਨੂੰ ਮਹਿਸੂਸ ਹੁੰਦਾ ਹੈ। ਫਿਰ ਉਸ ਬੰਦੇ ਨੂੰ ਜਿਹਦੇ ਅੰਦਰ ਹਉਮੈ ਦਾ ਕੰਡਾ, ਜਮਾ ਦਾ ਡੰਡਾ ਵੀ ਸਿਰ ਤੇ ਇੱਕ ਦਿਨ ਫਿਰ ਝੱਲਣਾ ਪੈਂਦਾ ਹੈ। ਜਿਹੜੇ ਹਰ ਜਨ ਨੇ ਉਹ ਹਰ ਨਾਮ 'ਚ ਸਮਾਏ ਰਹਿੰਦੇ ਹਨ। ਜਿਹੜਾ ਦੁੱਖ ਜਨਮ ਮਰਨ ਦਾ ਸਭ ਤੋਂ ਵੱਡਾ ਭਵ ਖੰਡ, ਉਹਨੂੰ ਖੰਡ ਦਿੱਤਾ, ਭਾਵ ਕਿ ਖਤਮ ਹੋ ਗਿਆ ਜੀ ਜਨਮ ਮਰਨ ਦਾ ਦੁੱਖ। ਉਸ ਅਵਿਨਾਸੀ ਜਿਹੜਾ ਨਾਸ਼ ਰਹਿਤ ਤੇ ਕਦੇ ਨਹੀਂ ਨਾਸ਼ ਹੋਏਗਾ, ਪੁਰਖ ਜਿਹੜਾ ਰਮਿਆ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਪਾ ਲਿਆ ਜੀ। ਉਹ ਬੰਦਾ ਜਿਹੜਾ ਰੱਬ ਨੂੰ ਪਾ ਲੈਂਦਾ, ਸ਼ੋਭਦਾ ਹੀ ਖੰਡਾ ਬ੍ਰਹਮੰਡਾਂ ਦੇ ਅੰਦਰ। ਤੁਹਾਡਾ ਪਰਿਵਾਰ ਵੀ ਤੁਹਾਡਾ ਸਤਿਕਾਰ ਕਰੇਗਾ, ਜੁੜ ਗਏ ਹੋ। ਤੁਹਾਡੇ ਗੁਆਂਢੀ ਵੀ ਕਹਿਣਗੇ, ਪਿੰਡ ਵਾਲੇ ਵੀ ਕਹਿਣਗੇ, ਸਾਰੇ ਲੋਕ ਕਹਿਣਗੇ। ਰੱਬ ਦੇ ਘਰ ਵੀ ਰੇ ਦਰਗਾਹ ਕਹੇ ਨਾ ਕੋ, ਆਓ ਬੈਠਾ ਤੇਰੀ ਸੁਖ ਦੀ, ਤੁਹਾਡਾ ਸਤਿਕਾਰ ਹੋਏਗਾ ਜੀ।
ਮਸਕੀਨ ਪ੍ਰਭ ਤੇਰੇ। ਅਸੀਂ ਤੇ ਭਿਖਾਰੀ ਜੇ ਗਰੀਬ ਮਸਕੀਨ ਹੈ ਜੀ, ਨਿਮਰਤਾ ਨਾਲ ਬੜੇ ਪਿਆਰੇ ਬੋਲ ਕਹੇ। ਹਰ ਰਾਖ ਰਾਖ ਵੱਡ ਵੱਡਾ ਹੈ। ਸਾਨੂੰ ਗਰੀਬਾਂ ਨੂੰ ਰੱਖੋ ਜੀ, ਤੁਸੀਂ ਤੇ ਵੱਡ ਵੱਡੇ ਹੋ, ਵੱਡਿਆਂ ਤੋਂ ਵੀ ਵੱਡੇ ਹੋ। ਵੱਡਾ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰਾਗੀ ਸਿੰਘ ਪੜ੍ਹ ਕੇ ਗਏ, ਵੱਡਾ ਤੇਰਾ ਦਰਬਾਰ ਸੱਚਾ। ਤੁਧ ਤਖਤ ਅਸੀਂ ਨੀਵਿਆਂ ਤੋਂ ਨੀਚਾਂ ਤੋਂ ਨੀਚ, ਤੇ ਤੁਸੀਂ ਵੱਡਿਆਂ ਤੋਂ ਵੱਡੇ ਸਾਨੂੰ ਰੱਖ ਲੈਣਾ ਕਰੋ। ਜਨ ਨਾਨਕ ਨਾਮ ਆਧਾਰ ਟੇਕ ਹੈ। ਨਾਨਕ ਦਾ ਆਧਾਰ ਤੇ ਨਾਮ ਹੀ ਹੈ, ਟੇਕ ਤੇ ਨਾਮ ਦੀ ਹਰ ਹੈ। ਨਾਮੇ ਹੀ ਸੁਖ ਮੰਡਾ ਹੈ। ਹਰ ਨਾਮ ਨਾਲ ਜੁੜ ਕੇ ਮਨੁੱਖ ਸੁਖ ਮਾਣ ਸਕਦਾ ਹੈ। ਰਾਗ ਕੌੜੀ ਪੂਰਬੀ ਮਹੱਲਾ ਪੰਜਵਾਂ। ਰਾਗ ਗੌੜੀ ਪੂਰਬੀ ਹੈ ਜੀ, ਪਹਿਲਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਹੀ ਇਹ ਮਹੱਲਾ ਪੰਜਵਾਂ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ, ਕਰੋ ਬਿਨੰਤੀ ਸੁਣੋ ਮੇਰੇ ਮੀਤਾ। ਮੈਂ ਬੇਨਤੀ ਕਰਦਾ ਮੇਰੇ ਮਿੱਤਰ ਗੁਰੂ ਜੀ ਸੁਣੋ। ਇਹ ਗੁਰੂ ਅੱਗੇ ਬੇਨਤੀ ਹੈ, ਕਿਸੇ ਮਨੁੱਖ ਅੱਗੇ ਨਹੀਂ। ਸ਼ਰਾਬੀ ਬੰਦੇ ਅੱਗੇ ਕੀ ਬੇਨਤੀ ਕਰਾਂਗੇ ਜੀ, ਮੇਰੀ ਬੇਨਤੀ ਸੁਣੋ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਬੇਨਤੀ ਕਰਦਾ ਮੇਰੇ ਮਿੱਤਰ ਗੁਰੂ ਮੇਰੀ ਬੇਨਤੀ ਸੁਣ। ਸੰਤ ਟਹਿਲ ਕੇ ਬੇਦਾ। ਮੈਨੂੰ ਪਤਾ ਲੱਗ ਗਿਆ ਵੀ ਸੰਤਾਂ ਦੀ ਟਹਿਲ ਕਰਨ ਦਾ ਵੇਲਾ ਇਹ ਹੀ ਹੈ, ਵੀ ਗੁਰੂ ਦੀ ਸੇਵਾ ਕਰਨ ਦਾ ਸਮਾਂ ਇਹ ਹੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੀ ਹੈ, ਇਹ ਮੈਨੂੰ ਸਮਝ ਆ ਗਈ। ਗੁਰੂ ਸਾਹਿਬ ਜੀ ਹੁਣ ਕਿਰਪਾ ਕਰੋ। ਇਹਾ ਖਾਟ ਚਲੋ ਹਰ ਡਾਹਾ। ਚਲੋ ਇਹਦੇ ਅਰਥ ਅਸੀਂ ਇਹ ਵੀ ਕਰ ਸਕਦੇ ਹਾਂ ਵੀ ਗੁਰੂ ਕਹਿ ਰਿਹਾ ਵੀ ਉਹ ਮਿੱਤਰਾ ਮੇਰੀ ਗੱਲ ਸੁਣ, ਵੀ ਸੰਤ ਟਹਿਲ ਕੀ ਵੇਲਾ ਹੀ। ਜੇ ਸਿੱਖ ਗੁਰੂ ਨਾਲ ਪਿਆਰ ਕਰਦਾ ਨਾ, ਗੁਰੂ ਬਹੁਤ ਪਿਆਰ ਕਰਦਾ ਸਿੱਖ ਨਾਲ। ਜੇ ਤੁਸੀਂ ਕਹਿੰਦੇ ਹੋ ਨਾ ਸਾਡਾ ਗੁਰੂ ਮਿੱਤਰ ਹੈ, ਗੁਰੂ ਕਹਿੰਦੇ ਵੀ ਮੇਰਾ ਭਰਾ ਆ ਸਿੱਖ। ਪੰਜ ਪਿਆਰੇ ਜਾਂ ਭਾਈ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਭਾਈ ਭਰਾ ਨੂੰ ਕਹਿੰਦੇ ਆ। ਮਾਰੇ ਕਹਿੰਦੇ ਮੇਰੇ ਭਰਾ ਨੇ। ਭਾਈ ਪ੍ਰਦਾਨਾ ਜੀ, ਕਿਸੇ ਨੇ ਪੁੱਛਿਆ ਵੀ ਪ੍ਰਦਾਨਾ ਤੁਹਾਡਾ ਨੌਕਰ ਹੈ ਗੁਰੂ ਨਾਨਕ ਸਾਹਿਬ ਨੂੰ? ਕਹਿੰਦੇ ਨਹੀਂ, ਇਹ ਤੇ ਸਾਡਾ ਭਾਈ ਹੈ। ਭਰਾ ਕਿਹਾ ਗੁਰੂ ਸਾਹਿਬ ਨੇ ਭਾਈ ਪ੍ਰਦਾਨਾ ਜੀ ਨੂੰ। ਇੱਥੇ ਇਹੀ ਬੇਨਤੀ ਹੋ ਗੁਰਮੁਖਾ, ਤੇਰੇ ਚਰਨਾਂ 'ਚ ਬੇਨਤੀ ਹੋ। ਸੰਤ ਟਹਿਲ ਦੀ ਵੇਲਾ ਹੀ ਹੈ। ਇਹਾਂ ਖਾਟ ਚੱਲੋ ਹਰ ਲਾਹਾ, ਇੱਥੇ ਲਾਹਾ ਖੱਟ ਕੇ ਜਾਇਓ। ਲਾਹਾ ਹਰ ਹਰ ਨਾਮ ਲਿਓ, ਜਾਂ ਵਣਜ ਕਰੋ ਬਣਜਾਰਿਓ। ਵਖਰ ਲਿਓ ਸੰਭਾਲ ਤੈਸੀ ਵਸਤ ਵਸਾਈ ਹੈ, ਜੈਸੀ ਨਿਭ ਹੈ। ਨਾਲ ਮਹਾਰਾਜ ਕਹਿੰਦੇ ਇੱਥੇ ਲਾਹਾ ਖੱਟਣ ਆਇਓ, ਲਾਹਾ ਖੱਟ ਕੇ ਜਾਇਓ। ਆਗੈ ਬਸਨ ਸੁਹੇਲਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਵਰਗਾ ਬੈਸਣ ਪਾਈਏ। ਆਗੇ ਬਸਣ ਸੁਹੇਲਾ, ਰੱਬ ਦੇ ਘਰ ਫਿਰ ਸੌਖਾ ਵਸੇਗਾ ਜੇ ਇੱਥੇ ਮਿਹਨਤ ਕਰੇਗਾ। ਬੱਚਾ ਇੱਥੇ ਮਿਹਨਤ ਕਰਦਾ ਅਗਲੇ ਜੀਵਨ 'ਚ ਸੁਖੀ ਵੱਸਦਾ ਹੈ। ਹੁਣ ਨਲਾਇਕ ਸਕੂਲ ਨਹੀਂ ਜਾਂਦਾ, ਕਿੰਦਾ ਪੜ੍ਹਦਾ ਨਹੀਂ ਹੈ, ਫਿਰ ਅਗਲੇ ਜੀਵਨ 'ਚ ਸੁੱਖ ਕਾਹਦਾ? ਫਿਰ ਤੇ ਵੱਟਾਂ ਹੀ ਖੋਤਣੀਆਂ ਪੈਣਗੀਆਂ, ਫਿਰ ਤੇ ਖੇਤ ਹੀ। ਤੇ ਜੇ ਚੰਗੀ ਮਿਹਨਤ ਕਰਦਾ, ਕਿਸੇ ਕੁਰਸੀ ਤੇ ਬੈਠ ਕੇ ਹੁਕਮ ਵੀ ਚਲਾ ਸਕਦਾ ਹੈ। ਉਹਨੂੰ ਪੇ ਵੀ ਚੰਗੀ, ਤਨਖਾਹ ਵੀ ਚੰਗੀ ਮਿਲੇਗੀ, ਸਤਿਕਾਰ ਵੀ ਮਿਲੇਗਾ, ਮਾਣ ਵੀ ਮਿਲੇਗਾ। ਪਰ ਮਿਹਨਤ ਤੇ ਹੈ। ਮਹਾਰਾਜ ਕਹਿੰਦੇ ਇੱਥੇ ਮਿਹਨਤ ਕਰੇਗਾ ਦਰਗਾਹ 'ਚ ਜਗ੍ਹਾ ਮਿਲੇਗੀ। ਇੱਥੇ ਭਾਈ ਸੰਤਾਂ ਦੀ ਟਹਿਲ ਕਰੇਗਾ, ਅੱਗੇ ਬਸਣ ਸੁਹੇਲਾ, ਅਗਲਾ ਸਮਾਂ ਸੌਖਾ ਹੋਏਗਾ। ਬੰਦਿਆ ਇਹ ਵੀ ਗੱਲ ਯਾਦ ਰੱਖੀ, ਦਿਨ ਰਾਤ ਕਰਕੇ ਤੇਰੀ ਉਮਰ ਘਟਦੀ। ਅੱਜ ਜਿਹੜਾ ਦਿਨ 8 7:30 ਹੋ ਗਏ ਹੈ, ਆ ਜਿਹੜਾ ਉੱਠਣ ਤੋਂ ਲੈ ਕੇ ਸਮਾਂ ਲੰਘ ਗਿਆ ਨਾ, ਗੁਰਮੁਖ ਹੋਏ ਸਾਨੂੰ ਦੁਬਾਰਾ ਆਪਣੇ ਜੀਵਨ 'ਚ ਕਦੇ ਵੀ ਪ੍ਰਾਪਤ ਨਹੀਂ ਜੀ ਹੋਣਾ। ਆ 7:30 ਸਾਡੇ ਜੀਵਨ 'ਚ ਦੁਬਾਰਾ ਨਹੀਂ ਵੱਜਣੇ ਜਿਹੜੇ ਅੱਜ ਵੱਜ ਚੁੱਕੇ ਹੈ। ਔਦ ਘਟੇ ਦਿਨ ਸਦਾ ਨਾਦੇ, ਦਿਨ ਰਾਤ ਕਰਕੇ ਉਮਰ ਘਟ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰੇ। ਮਨ ਗੁਰੂ ਨੂੰ ਮਿਲ ਕੇ ਆਪਣਾ ਕਾਰਜ ਸਵਾਰ। ਕਾਰਜ ਕੀ? ਮਨੁੱਖਾ ਜਨਮ ਸਵਾਰ। ਮਨੁੱਖਾ ਜਨਮ ਸਵਾਰ ਕੇ ਰੱਬ ਦੇ ਘਰ ਪ੍ਰਵਾਨ ਹੋ। ਇਹ ਦੁਬਾਰਾ ਤੈਨੂੰ ਸਮਾਂ ਮਿਲਣ ਵਾਲਾ ਨਹੀਂ। ਵਿਸ਼ਰਾਮ ਦੇ ਕੇ ਮਹਾਰਾਜ ਸਮਝਾਉਂਦੇ ਹਨ, ਸੰਸਾਰ ਬੇਕਾਰ ਸੰਸੇ ਮੈਂ। ਇਹ ਸੰਸਾਰ ਰੂਪੀ ਲਹਿਰਾਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਸ ਬਕਾਰਾਂ ਦੇ ਵਿੱਚੋਂ, ਸੰਸੇ ਦੇ ਵਿੱਚੋਂ ਤਰਿਓ ਬ੍ਰਹਮ ਗਿਆਨੀ। ਉਹ ਤਰੇਗਾ ਜਿਹਦੇ ਕੋਲ ਗਿਆਨ ਹੈ। ਗਿਆਨ ਗੁਰੂ ਤੋਂ ਮਿਲਦਾ ਹੈ। ਬ੍ਰਹਮ ਗਿਆਨੀ ਭਾਈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਉਹ ਬਕਾਰਾਂ ਦੀਆਂ ਲਹਿਰਾਂ ਤੋਂ, ਛਲਾਂ ਤੋਂ ਬਚ ਜਾਂਦੇ ਹਨ। ਕਹਿੰਦੇ ਜਿਹਨੂੰ ਮਾਇਆ ਮੋਹ ਦੀ ਨੀਂਦ ਤੋਂ ਜਗਾ ਦਿੰਦਾ ਹੈ ਨਾ, ਇਹ ਰਸ ਹੋਈ ਜਿਹੜੇ ਮਾਇਆ ਮੋਹ 'ਚ ਸੁੱਤੇ ਨੇ, ਉਹਦੇ ਹਜੇ ਵੀ ਨਹੀਂ ਉੱਠੇ ਹੋਣੇ ਸਵੇਰ ਦੇ। ਸਰੀਰ ਦੇ ਸੌਣ ਦੀ ਵੈਸੇ ਇੱਥੇ ਗੱਲ ਨਹੀਂ ਹੈ। ਇੱਥੇ ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਸੋਧਿਆ ਭਇਆ ਪਰਾਇਆ। ਇੱਥੇ ਜਾਗਤ ਸੋਏ ਦੀ ਗੱਲ ਹੈ। ਜਿਹੜਾ ਸੁਚੇਤ ਹੋ ਗਿਆ ਉਹ ਬਚ ਜਾਂਦਾ ਹੈ। ਅਕਥ ਕਥਾ ਤਿਲ ਜਾਣੀ। ਉਹ ਫਿਰ ਅਕਥ ਦੀ ਕਥਾ ਨੂੰ ਜਾਣ ਜਾਂਦੇ ਹੈ। ਅਕਥ ਹੈ ਜਿਹਦਾ ਕਥਨ ਨਹੀਂ ਹੋ ਸਕਦਾ, ਪਰ ਅਸੀਂ ਫਿਰ ਵੀ ਉਹਦੇ ਬਾਰੇ ਕਥਾ ਕਰਦੇ ਹਾਂ। ਉਹ ਇਸ ਗੱਲ ਨੂੰ ਜਾਣ ਲੈਂਦੇ ਹਨ। ਮਹਾਰਾਜ ਕਹਿੰਦੇ ਬੰਦਿਆ ਜਿਸ ਵਾਸਤੇ ਆਏ ਉਹੀ ਕੰਮ ਕਰ। ਕਾਹਦੇ ਵਾਸਤੇ ਆਏ? ਕਹਿੰਦੇ ਗੁਰੂ ਸਾਹਿਬ ਨੂੰ ਪੁੱਛਿਓ। ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕਉ ਬਾਣੀ।
ਮਾਰੇ ਕਹਿੰਦੇ ਇਹ ਵਾਸਤੇ ਆਇਆ, ਨਾਮ ਜਪਣ ਆਇਆ, ਚੰਗੇ ਕਰਮ ਕਰਨ ਆਇਆ। ਜਾਂ ਕੋ ਆਏ ਜਿਸ ਕੰਮ ਵਾਸਤੇ ਆਏ ਸੋਈ ਬਿਹਾਜੋ, ਉਹੀ ਕਰਨਾ ਚਾਹੀਦਾ, ਉਹੀ ਵਪਾਰ ਵਿਹਾਜਣਾ ਚਾਹੀਦਾ ਹਰ ਹੈ। ਗੁਰ ਤੇ ਮਨਹਿ ਬਸੇਰਾ ਹਰ ਗੁਰ ਤੇ ਬਣੇ, ਹਰ ਦਾ ਤੇ ਗੁਰ ਦਾ ਤੇਰੇ ਮਨ ਚ ਬਸੇਰਾ ਵਾਸਾ ਹੋ ਨਿਜ ਜਾਏ। ਕਰ ਮਹਿਲ ਪਾਵੋ ਸੁਖ ਸਹਿਜੇ ਫਿਰ ਨਿਜ ਘਰ ਮੈਲ ਸੁਖ ਸਹਿਜ ਨਾਲ ਤੈਨੂੰ ਮਿਲੇਗਾ। ਬਹੁਰ ਨਾ ਹੋਏ ਗੋ ਫੇਰਾ ਇਹ ਨਿਜ ਘਰ ਉਹ ਅਵਸਥਾ ਹੈ ਜਿੱਥੇ ਜਨਮ ਮਰਨ ਦਾ ਫੇਰਾ ਨਹੀਂ ਫਿਰ ਪਏਗਾ, ਫਿਰ ਦੁਬਾਰਾ ਸੰਸਾਰ ਤੇ ਨਹੀਂ ਆਵਾਂਗੇ। ਉਸ ਨਿਜ ਘਰ ਦੇ ਅੰਦਰ ਫਿਰ ਨਾਨਕ ਬੰਦਾ ਘਰ ਤਾਂ ਹਾਂ ਜਿੱਥੇ ਮਿਰਤ ਨਾ ਜਨਮ ਜਰ, ਜਿੱਥੇ ਮੌਤ ਨਹੀਂ, ਬੁਢੇਪਾ ਨਹੀਂ ਔਰ ਜਨਮ ਵੀ ਨਹੀਂ ਹੈ। ਅੰਤਰਜਾਮੀ ਪੁਰਖ ਵਿਧਾਤੇ ਇਹ ਪੁਰਖ ਵਿਧਾਤੇ ਤੁਸੀਂ ਅੰਤਰਜਾਮੀ ਹੋ, ਰੱਬ ਤੇ ਅੰਦਰ ਦੀ ਗੱਲ ਜਾਣਦਾ ਸਰਦਾ ਹੈ। ਮਨ ਕੇ ਪੂਰੇ ਮੇਰੇ ਮਨ ਦੀ ਇੱਕ ਸ਼ਰਤ ਹੈ ਜੀ, ਪੂਰੀ ਕਰ ਦਿਓ ਜੀ। ਨਾਨਕ ਦਾਸ ਇਹ ਸੁਖ ਮੰਗੈ ਨਾਨਕ ਦਾਸ ਤੇਰੇ ਤੋਂ ਇਹ ਸੁਖ ਮੰਗਦਾ ਹੈ। ਲੋਕੋ ਕਰ ਸੰਤਨ ਕੀ ਧੂਰੇ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ। ਉਹ ਇਹ ਪੰਕਤੀ ਗਾ ਕੇ ਸਮਾਪਤੀ ਕਰੀਏ ਜੀ। ਅਰਥ ਸਾਰਿਆਂ ਨੂੰ ਪਤਾ, ਅੰਤਰਜਾਮੀ ਪੁਰਖ ਵਿਧਾਤੇ, ਅੰਤਰਜਾਮੀ ਪੁਰਖ ਵਿਧਾਤੇ, ਅੰਤਰਜਾਮੀ ਪੁਰਖ ਵਿਧਾਤੇ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਸਰਦਾ ਮਨ ਕੀ ਪੂਰੇ, ਸਰਦਾ ਮਨ ਕੀ ਪੂਰੇ, ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ ਮੰਗੈ। ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਮੋਕੋ ਕਰ ਸੰਤਨ ਕੀ ਧੂਰੇ। ਮੁਖ ਕਰ ਸੰਤਨ ਕੀ ਧੂਰੇ, ਮੁਖ ਕਰ ਸੰਤਨ ਕੀ ਧੂਰੇ ਗੁਰਮੁਖੋ ਆਪਣੇ ਜੀਵਨ 'ਚ ਇੱਕ ਪ੍ਰੈਕਟੀਕਲ ਕਰਕੇ ਵੇਖਿਓ ਵੀ ਤੁਸੀਂ ਆਕੜ ਜੀ ਰੱਖਦੇ ਹੋ, ਹੰਕਾਰ ਰੱਖਦੇ ਹੋ, ਗਵਾਂਢੀਆਂ ਨਾਲੋਂ ਮੇਰੇ ਕੋਲ ਜ਼ਮੀਨ ਜ਼ਿਆਦੀ ਹੈ, ਇਹਨਾਂ ਨਾਲੋਂ ਮੈਂ ਅਮੀਰ ਬੰਦਾ, ਤੁਹਾਨੂੰ ਸੁੱਖ ਨਹੀਂ ਇਹਦੇ 'ਚ ਮਿਲਣਾ। ਖਾਰ ਦੀ ਤੁਹਾਡੇ ਅੰਦਰ ਤੁਸੀਂ ਐਵੇਂ ਖਾਂਦੇ ਰਹੋਗੇ ਤੇ ਤੁਸੀਂ ਨਾ ਫਤਿਹ ਬੁਲਾਉਣੀ ਸ਼ੁਰੂ ਕਰ ਦਿਓ। ਭਾਈ ਸਾਹਿਬ ਦੀ ਜਾਂ